ਇਹ ਕਿਸਾਨਾਂ ਦੀ ਸੰਸਥਾ ਹੈ ਜੀ ਬਿਲਕੁਲ। ਅਸੀਂ ਦੇ ਕਹਿੰਦੇ ਨੇ ਵੀ ਕਿਸਾਨਾਂ ਨੂੰ ਮੇਲਿਆਂ 'ਚ ਕਹਿੰਦੇ ਤੁਸੀਂ ਮਾਲਕ ਹੈ, ਕਿਉਂਕਿ ਜੇ ਕਿਸਾਨ ਨੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਅਸੀਂ ਹਾਂ। ਚਾਹੇ ਉਹ ਕਿਸੇ ਨੂੰ ਚੰਗੀ ਲੱਗੇ ਚਾਹੇ ਮਾੜੀ ਲੱਗੇ, ਪਿਓਰਲੀ ਟੈਕਨੀਕਲ ਪੁਆਇੰਟ ਆਫ ਵਿਊ ਜੋ ਵੀ ਹੈਗੀ ਉਹ ਸੇਧ ਚਾਹੇ ਗਵਰਨਮੈਂਟ ਨੂੰ ਆ ਚਾਹੇ ਕਿਸਾਨਾਂ ਨੂੰ ਆ ਚਾਹੇ ਕਿਸੇ ਨੂੰ ਦੇਣੀ ਆ, ਉਹ ਇੱਕ ਇਸ ਅਦਾਰੇ ਦਾ ਫਰਜ਼ ਬਣਦਾ ਸੀ। ਉਹਨੇ ਪੁੱਛਣ ਲੱਗਾ ਤੁਸੀਂ ਕਾਹਦੇ ਲਈ ਇੱਥੇ ਖੜੇ ਆ? ਕਹਿੰਦੇ ਜੀ ਅਸੀਂ ਬੀਜ ਲੈਣਾ। ਕਦੋਂ ਦੇ ਆਏ? ਕਹਿੰਦੇ ਰਾਤ ਦੇ ਆ ਕੇ ਅਸੀਂ ਲਾਈਨਾਂ 'ਚ ਬੈਠੇ ਆ। ਅੱਛਾ ਜੀ। ਤੇ ਉਹ ਨਾਲ ਸੀ ਜਸਟਿਸ ਮਿੱਤਲ। ਤੇ ਉਹਨੂੰ ਕਹਿੰਦੇ ਮਿੱਤਲ ਪੁਲਿਸ ਦੀ ਕੀ ਲੋੜ ਹੈਗੀ, ਇੱਕ ਵੀ ਪੁਲਿਸਮੈਨ ਨਹੀਂ ਹੈਗਾ, ਕਿੰਨੇ ਡਿਸਿਪਲਿਨ 'ਚ ਕਿਸਾਨ ਖੜੇ ਨੇ। ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਮੈਂ ਖੇਤੀਬਾੜੀ ਦੀ ਗੱਲ ਕਰਾਂਗਾ। ਖੇਤੀਬਾੜੀ ਕਿੱਥੋਂ ਤੁਰਦੀ ਹੈ, ਕਿੱਥੋਂ ਦੀ ਗਾਈਡੈਂਸ ਹੈ, ਅਗਵਾਈ ਕਰਨੀ ਬਣਦੀ ਹੈ, ਉਹ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਜਿਹਨੂੰ PAU ਦੇ ਨਾਂ ਨਾਲ ਛੋਟੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਉਹਦੀ ਭੂਮਿਕਾ, ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ, ਨਾਲ ਕਿਸਾਨੀ ਆਪਦੇ ਮਾੜੇ ਪੱਖ ਵੱਲ ਵੀ ਹੈ, ਉਹਨੂੰ ਵਾਪਸ ਲਿਆਉਣ ਵਾਸਤੇ, ਕਿਉਂਕਿ ਖੋਜਾਂ ਅਗਵਾਈ ਬੜੀ ਲੋੜੀਂਦੀ ਹੈ। ਪਰ ਕੀ ਇਸ ਵਕਤ PAU ਦੀ ਭੂਮਿਕਾ ਕੀ ਹੈ? ਕਿਸਾਨੀ ਅੰਦੋਲਨ ਦੇ ਵਿੱਚ ਕਿਸ ਤਰ੍ਹਾਂ ਦੇ ਅੱਗੇ ਸੁਧਾਰਾਂ ਦੀ ਹੋਰ ਵੀ ਲੋੜ ਪਵੇਗੀ, ਇਸ ਤੋਂ ਬਾਅਦ ਵੀ ਖੇਤੀ ਨੂੰ ਕਿਸ ਤਰ੍ਹਾਂ ਵਾਪਸ ਲੈ ਕੇ ਆਉਣਾ ਹੈ? ਤੇ ਮੇਰੇ ਨਾਲ PAU ਦੇ ਵਾਈਸ ਚਾਂਸਲਰ ਰਹੇ ਡਾਕਟਰ ਕਿਰਪਾਲ ਸਿੰਘ ਔਲਖ ਮਹਿਮਾਨ ਹੈ। ਉਹ ਭਲਵਾਨ ਵੀ ਨੇ, 80 ਸਾਲ ਦੀ ਉਮਰ ਦੇ ਵਿੱਚ ਹੁਣ ਵੀ ਜਿਮ ਲਾਉਂਦੇ ਆ ਤੇ ਹਜੇ ਵੀ ਚੰਗੇ ਚੋਖੇ ਡੌਲੇ ਆ ਜਿਹੜੇ ਉਹਨਾਂ ਦੇ ਹੈਗੇ ਆ, ਨਾਲ ਜਾਣਕਾਰੀ ਦੇ ਡੌਲੇ ਵੀ ਤਕੜੇ ਆ। ਸਾਰੇ ਸਵਾਲਾਂ ਦੇ ਜਵਾਬ ਲੈਣੇ ਆ। ਨਾਲੇ ਸਭ ਤੋਂ ਪਹਿਲਾਂ ਕਰਦੇ ਸਵਾਗਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ। ਕੀ ਹਾਲ ਚਾਲ ਹੈ? ਪਹਿਲਾਂ ਸਿਹਤ ਦਾ ਪੂਰਾ ਕਾਇਮ ਹੋ? ਪੂਰਾ ਫਿੱਟ, ਬਹੁਤ ਆਨੰਦ ਹੈ। ਤੇ ਇਹਦਾ ਰਾਜ ਕੀ ਹੈ? ਰਾਜ ਕਈ ਹੁੰਦੇ ਇਹਦੇ 'ਚ। ਉਹ ਜਿੱਦਾਂ ਇੱਕ ਸਾਇੰਟਿਸਟ ਨੇ, ਫਿਲੋਸਫਰ ਨੇ ਕਹਿਣਾ, ਯੂਰ ਹੈਲਥ ਇਜ਼ ਨਾਟ ਵਾਟ ਯੂ ਈਟ, ਇਟਸ ਵਾਟ ਇਜ਼ ਈਟਿੰਗ ਯੂ। ਜੀ, ਤੁਹਾਨੂੰ ਕੀ ਖਾ ਰਿਹਾ ਕੁਝ। ਕੀ ਬਾਤ ਹੈ। ਤਾਂ ਉਹ ਰੱਬ ਦਾ ਸ਼ੁਕਰ ਕਰੀਦਾ ਜੀ, ਹਮੇਸ਼ਾ ਆਪਣੇ ਕਾਊਂਟ ਆਵਰ ਬਲੈਸਿੰਗਸ, ਰੱਬ ਨੇ ਤੁਹਾਨੂੰ ਜੋ ਕੁਝ ਦਿੱਤਾ ਉਹਦਾ ਸ਼ੁਕਰਾਨਾ ਕਰੀਦਾ। ਜੀ। ਤੇ ਬਾਕੀ ਰੈਗੂਲਰਿਟੀ, ਡਿਸਿਪਲਿਨ ਬਹੁਤ ਜੀ, ਖਾਣ ਪੀਣ ਦਾ। ਮੈਂ ਅੱਗੇ ਪਿੱਛੇ ਬਿਲਕੁਲ ਪੂਰੇ ਟਾਈਮ ਤੇ ਖਾਣਾ, ਐਕਸਰਸਾਈਜ਼ ਰੈਗੂਲਰਲੀ ਕਰਨੀ। ਮੈਂ 1957-58 ਤੋਂ ਮੈਂ ਰੈਗੂਲਰਲੀ ਐਕਸਰਸਾਈਜ਼ ਕਰਦਾ। ਅੱਛਾ। ਔਰ ਮੈਂ ਮਿਸ ਨਹੀਂ ਕਰਦਾ, ਜਿੱਦਾਂ ਆਪਣੀ ਰੋਜ਼ੀ ਰੋਟੀ ਨੂੰ ਮਿਸ ਨਹੀਂ ਨਾ ਕਰਦੇ, ਇੱਦਾਂ ਮੈਂ ਐਕਸਰਸਾਈਜ਼ ਮਿਸ ਨਹੀਂ ਕਰਦਾ। ਮੈਨੂੰ ਯਾਦ ਆ 2000 ਦੇ ਵਿੱਚ ਮੈਂ ਪ੍ਰੋ ਵਾਈਸ ਚਾਂਸਲਰ ਸੀ ਤੇ ਮੈਂ ਸਿਆਲ ਦੇ ਦਿਨ ਸੀ, ਆਪਣੇ ਜਿਮ ਮੈਂ ਲਾਇਆ ਸੀ, ਯੂਨੀਵਰਸਿਟੀ ਰਹਿੰਦਾ ਸਾਂ 6/11 'ਚ ਜੀ। ਤੇ ਮੇਰੀ ਵਾਈਫ ਦਾ ਐਕਸੀਡੈਂਟ ਹੋਇਆ, ਛੋਟੀ ਜੀ ਨਾਲ ਆ ਰਹੀ ਸੀ ਤੇ ਕਹਿੰਦੀ ਵੀ ਫੋਨ ਇਹਨਾਂ ਚੱਕਿਆ ਕਾਰਡਲੈਸ, ਕਹਿੰਦੀ ਵੀ ਚੀਫ ਮਿਨਿਸਟਰ ਦਾ ਫੋਨ ਹੈ। ਮੈਂ ਕਹਿੰਦੀ ਹੁਣ ਨਹੀਂ, ਮੈਂ ਐਕਸਰਸਾਈਜ਼ ਅੱਧਾ ਘੰਟਾ ਹੋਰ ਲਾ ਕੇ। ਕਹਿੰਦੀ ਨਹੀਂ, ਇੱਥੇ ਸਤਰਨਾਮ ਬੈਠੇ ਨੇ ਬਾਦਲ ਸਾਹਿਬ ਸਨ। ਤੇ ਮੈਂ ਕਹਿੰਦੀ ਅਜੇ ਨਹੀਂ। ਤੋ ਇਹ ਵਿਚਾਰੀ ਚਲੀ ਗਈ। ਉਹਦੇ ਬਾਅਦ ਮੈਂ ਐਕਸਰਸਾਈਜ਼ ਕਰ ਕੇ ਨਿਕਲਿਆ ਤੇ ਉਹ STM ਨਾਲ ਇੱਥੇ ਉਹਨਾਂ ਦੇ ਆਇਆ ਸੀ ਸਟਰਨਾਮ 'ਚ, ਤੇ ਉਹ ਮੈਨੂੰ ਘਰ ਉਹਨੇ 'ਚ ਨੂੰ ਆ ਗਈ ਤੇ ਮੈਂ ਕੰਬਲ ਲੈ ਕੇ ਜਿਮ 'ਚੋਂ ਨਿਕਲੇ ਘਰ ਨੂੰ ਆ ਰਿਹਾ ਸਾਂ 6/11 'ਚ ਕੈਂਪਸ ਦੇ ਵਿੱਚ। ਤੇ ਕਹਿੰਦਾ ਸਰ ਤੁਹਾਨੂੰ CM ਸਾਹਿਬ ਮਿਲਣਾ ਚਾਹੁੰਦੇ ਆ। ਮੈਂ ਕਿਹਾ ਵੀ ਨਹੀਂ, ਦੇਖ ਹੁਣ ਮੈਂ ਪਸੀਨੇ ਹੋਇਆ, 1 ਘੰਟਾ ਲਾਇਆ, ਹੁਣ ਤਾਂ ਮੈਂ 1 ਘੰਟਾ ਮੈਨੂੰ ਹੋਸ਼ ਨਹੀਂ ਪੂਰੀ ਰਹਿਣੀ ਤੇ ਮੈਂ ਨਹੀਂ। ਕਹਿੰਦੇ ਨਹੀਂ ਸਰ ਉਹ ਤਾਂ, ਮੈਂ ਕਿਹਾ ਚਲੋ ਡਰਾਇੰਗ ਰੂਮ 'ਚ ਬੈਠ ਕੇ, ਤੇ ਕਹਿੰਦੇ ਵੀ ਚਲੋ ਸਰ ਟੈਲੀਫੋਨ ਕਰ ਲਓ। ਤੇ ਮੈਂ ਟੈਲੀਫੋਨ ਕੀਤਾ, ਮੈਂ ਕਿਹਾ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੈਂ ਸਰ ਤੁਹਾਡੇ ਕੋਲ ਪ੍ਰੋਗਰਾਮ ਤਾਂ ਹੈ ਨਹੀਂ ਸੀ ਆਉਣ ਦਾ ਕੋਈ? ਕਹਿੰਦੇ ਨਹੀਂ, ਮੈਂ ਇੱਥੇ ਕਦੇ ਫੰਕਸ਼ਨ 'ਤੇ ਆਇਆ। ਮੈਂ ਕਿਹਾ ਹਾਂਜੀ ਦੱਸੋ। ਅੱਛਾ, ਸਿਆਣਾ ਬੰਦਾ ਸਮਝ ਗਿਆ ਵੀ ਇਹ ਮਿਲਣਾ ਨਹੀਂ ਚਾਹੁੰਦਾ, ਨਹੀਂ ਤਾਂ VC ਤਾਂ ਭੱਜਿਆ ਜਾਵੇ, ਪ੍ਰੋ VC। ਹਾਲਾਂਕਿ ਮੈਂ VC ਬਣਨਾ ਸੀ ਉਹਦੇ ਬਾਅਦ, ਤੇ ਉਹ ਤਾਂ ਪੂਰੀ ਚਮਚੀ ਮਾਰਦਾ। ਤੇ ਮੈਂ ਕਿਹਾ ਹਾਂਜੀ ਸਰ। ਕਹਿੰਦੇ ਫਿਰ ਇੱਕ ਵੈਜੀਟੇਬਲ ਦਾ ਐਕਸਪਰਟ ਤੇ ਇੱਕ ਸੋਇਲ ਦਾ ਭੇਜ ਦਿਓ। ਮੈਂ ਠੀਕ ਹੈ ਸਰ। ਤੋ ਮੈਨੂੰ ਯਾਦ ਆ ਅਗਲੇ ਦਿਨ ਮੇਰੀ ਵਾਈਫ ਦਾ ਇੱਕ ਤਾਏ ਦਾ ਮੁੰਡਾ ਹੁੰਦਾ ਸੀ, ਜੀਤ ਸਿੰਘ ਕੰਗ, ਡਿਸਟ੍ਰਿਕਟ ਰੈਵਨਿਊ ਅਫਸਰ ਰਿਟਾਇਰ ਹੋਏ। ਤੇ ਉਹ ਕਹਿੰਦਾ ਫਿਰ ਜੀਜਾ ਤੇਰੀ ਸੁਣ ਰਿਹਾ ਵੀ ਵਾਈਸ ਚਾਂਸਲਰ ਦਾ ਬੜਾ ਕੰਮ ਨਾ ਚੱਲ ਰਿਹਾ। ਤੇ ਮੇਰੀ ਵਾਈਫ ਕਹਿੰਦੇ ਭਾਜੀ ਸਵਾਹ ਇਹਨੇ VC ਬਣਨਾ ਹੀ। ਰਾਤੀ CM ਸਾਹਿਬ ਨੇ ਇਹਨੂੰ ਇੱਥੇ ਬੁਲਾਇਆ, ਸਰ ਇੱਥੇ ਗਏ ਨਹੀਂ, ਕਹਿੰਦੇ ਨਹੀਂ ਫਿਰ ਨਹੀਂ ਤੂੰ ਬਣ ਸਕਦਾ। ਸੋ ਮੇਰਾ ਮਤਲਬ ਇਹ ਕਹਿੰਦਾ ਵੀ ਜਿਹੜਾ ਇੱਕ ਐਕਸਰਸਾਈਜ਼ ਨੂੰ ਇੰਨੀ ਤਰਜੀਹ ਦਿੰਦਾ ਜੀ ਹੈ, ਡਿਸਿਪਲਿਨ ਤੁਸੀਂ ਦੇਖੋ ਵੀ ਮੈਂ ਕਿਹਾ ਵੀ ਚਲੋ ਮੈਂ VC ਭਾਵੇਂ ਨਾ ਬਣਾ, ਵੀ CM ਵੀ ਨਾਰਾਜ਼ ਹੋਏ, ਪਰ ਮੈਂ ਨਹੀਂ, ਕਿਉਂਕਿ ਇਹਨੂੰ ਤੁਸੀਂ ਇੱਕ ਇਹਨੂੰ ਪਰਮਾਤਮਾ ਦੀ ਦੇਣ ਇੱਕ ਸਮਝੋ ਆਪਣੀ ਬੋਡੀ ਨੂੰ। ਆਈ ਲਵ ਮਾਈ ਸੈਲਫ, ਆਈ ਲਵ ਮਾਈ ਬੋਡੀ। ਤੋ ਇਹਦੇ ਵਾਸਤੇ ਇਹ ਵੱਡਾ ਰਾਜ ਇਹ ਆ। ਫਿਰ ਤੁਸੀਂ VC ਕਿਵੇਂ ਬਣੇ ਇਹ ਵੀ ਦੱਸ ਹੀ ਦਿਓ। VC ਉਹ ਇੱਦਾਂ ਮੈਂ ਬਣਿਆ ਵੀ VC ਮੈਨੂੰ ਬਣਾਉਣਾ ਨਹੀਂ ਚਾਹੁੰਦੇ। ਅੱਛਾ ਜੀ। ਮੇਰੀ ਬੜੀ ਅੱਗੇ ਇੰਟਰਵਿਊ ਵੀ ਹੋਈਆਂ ਨੇ।
ਤੇ ਉਹ ਐਕਚੁਅਲੀ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਇਹਨੇ ਸਾਡੇ ਕੰਮ ਕੁਮ ਨਹੀਂ ਕਰਨਾ। ਮੈਂ ਡਾਇਰੈਕਟਰ ਰਿਸਰਚ ਸੀ ਤੇ ਮੈਂ ਸੀਨੀਅਰ ਮੋਸਟ ਸੀ ਯੂਨੀਵਰਸਿਟੀ 'ਚੋਂ, ਤੇ ਡਾਕਟਰ ਇੱਕ VC ਜਿਹੜਾ ਬਣਾਇਆ ਸੀ ਉਹ ਪਹਿਲਾਂ ਮੈਥੋਂ ਜੂਨੀਅਰ ਹੁੰਦੇ ਸੀ, ਚਲੋ ਵਾਈਸ ਚਾਂਸਲਰ ਬਣ ਗਏ। ਉਹਦੇ ਬਾਅਦ ਫਿਰ ਨੈਚੁਰਲੀ ਮੈਂ ਸੀਨੀਅਰ ਮੋਸਟ ਸੀ, ਉਹ ਫਿਰ ਮੈਨੂੰ ਨਹੀਂ ਬਣਾਇਆ ਉਹਨਾਂ ਨੇ। ਫਿਰ ਡਾਕਟਰ ਕਾਲਕਟ ਉਦੋਂ 72 ਸਾਲ ਦੇ ਸੀ, 1998 ਦੇ ਵਿੱਚ ਉਹਨਾਂ ਨੇ VC ਬਣਾਤਾ। ਤੇ ਫਿਰ ਡਾਕਟਰ ਕਾਲਕਟ ਤਾਂ ਯੂਨੀਵਰਸਿਟੀ ਕਦੇ ਕੰਮ ਨਹੀਂ ਸੀ ਕੀਤਾ, ਵੈਸੇ ਤਾਂ ਉਹ ਵਰਲਡ ਬੈਂਕ 'ਚ ਰਹੇ ਨੇ, ਡਾਇਰੈਕਟਰ ਐਗਰੀਕਲਚਰ ਸੀ, ਐਗਰੀਕਲਚਰ ਕਮਿਸ਼ਨਰ ਗਵਰਨਮੈਂਟ ਆਫ ਇੰਡੀਆ, ਬਹੁਤ ਲਰਨਡ ਆਦਮੀ ਸੀ। ਤੇ ਉਹ ਫਿਰ ਜਦੋਂ 20 ਦਿਨ ਉਹਨਾਂ ਨੇ ਕੰਮ ਕੀਤਾ ਇੱਥੇ, ਤੇ ਮੈਨੂੰ ਕਹਿੰਦੇ ਵੀ ਮੈਥੋਂ ਕੰਮ ਨਹੀਂ ਚੱਲਣਾ, ਤੁਸੀਂ ਪ੍ਰੋ VC ਬਣ ਜਾਓ। ਅੱਛਾ। ਤੇ ਮੈਂ ਕਿਹਾ ਡਾਕਟਰ ਸਾਹਿਬ ਪ੍ਰੋ VC ਦੀ ਸਾਡੇ ਪ੍ਰੋਵੀਜ਼ਨ ਨਹੀਂ ਹੈ, ਐਕਟ ਦੇ ਵਿੱਚ ਪੋਸਟ ਹੈ ਨਹੀਂ ਇਹ। ਤੇ ਮੈਂ ਡਾਇਰੈਕਟਰ ਸਰ 'ਚ ਬੜਾ ਖੁਸ਼ ਹਾਂ, ਠੀਕ ਹੈ ਮੈਂ ਰੌਲਾ ਪਏਗਾ ਆਪਾਂ ਕਾਹਨੂੰ ਨਹੀਂ ਹੈਗੇ। ਜੋ ਮੈਂ ਬੜਾ ਟਾਈਮ 1.5 ਸਾਲ ਤਾਂ ਲੰਘਾ ਲਿਆ। ਫਿਰ ਮੈਨੂੰ ਕਹਿੰਦੇ ਨੇ ਵੀ ਨਹੀਂ ਤੇ ਮੈਂ ਛੱਡ ਚੱਲਿਆ, ਵੀ ਤੂੰ ਐਡਮਿਨਿਸਟ੍ਰੇਸ਼ਨ ਤੂੰ ਸਾਂਭ ਤੇ ਪ੍ਰੋ VC ਬਣ ਕੇ ਤੇ ਅਕੈਡਮਿਕ ਮੈਂ ਸਾਂਭ ਲਊ, ਮੈਥੋਂ ਨਹੀਂ ਠਾਣੇਦਾਰੀ ਹੁੰਦੀ। ਤੇ ਉਹ ਫਿਰ ਉਹਨਾਂ ਨੇ ਬਾਦਲ ਸਾਹਿਬ ਨੂੰ ਕਿਹਾ ਜੀ ਮੈਥੋਂ ਨਹੀਂ ਕੰਮ ਚੱਲਦਾ, ਪ੍ਰੋ VC। ਫਿਰ ਮੈਨੂੰ ਪ੍ਰੋ VC ਲਵਾ ਲਿਆ ਉਹਨਾਂ ਨੇ, ਤੇ 1.5 ਸਾਲ ਮੈਂ ਪ੍ਰੋ VC ਲਿਆ। ਫਿਰ ਵੀ ਉਹਨਾਂ 4 ਸਾਲ ਪੂਰੇ ਨਹੀਂ ਕੀਤੇ, 3 ਸਾਲ ਆ ਗਏ ਫਿਰ ਉਹ ਛੱਡ ਕੇ। ਤੇ ਫਿਰ ਉਹਨਾਂ ਨੇ ਬਾਦਲ ਸਾਹਿਬ ਨੂੰ ਕਿਹਾ ਵੀ ਉਹਨਾਂ ਤੋਂ ਬਿਨਾਂ ਨਹੀਂ ਕੁਝ ਚਲਾ ਸਕਦਾ। ਸੋ ਉੱਦਾਂ ਉਸ ਕਰਕੇ ਮੈਨੂੰ। ਅੱਛਾ, ਹੁਣ ਥੋੜਾ ਜਿਹਾ ਯੂਨੀਵਰਸਿਟੀ ਨੂੰ ਵੀ ਚੱਲੀਏ। ਇੱਕ ਵਾਈਸ ਚਾਂਸਲਰ ਜਿਹਨੇ ਅਗਵਾਈ ਕਰਨੀ ਹੁੰਦੀ ਹੈ, ਉਹਦੀ ਜਿਵੇਂ ਹੁਣ 6 ਮਹੀਨੇ ਹੋ ਗਿਆ, ਹੋਣ ਵਾਲਾ ਹੀ ਹੈ, ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨਹੀਂ ਹੈ। ਹਾਂ, 1 ਜੁਲਾਈ ਤੋਂ ਹੋ ਜਾਂਦਾ। ਤੇ ਤੁਹਾਨੂੰ ਲੱਗਦਾ ਇਹ ਖਲਾ ਕਿੰਨਾ ਖਤਰਨਾਕ ਹੈ ਯੂਨੀਵਰਸਿਟੀ ਲਈ, ਕਿਸਾਨੀ ਲਈ? ਕਿਉਂਕਿ ਕਿਸਾਨੀ ਦੀਆਂ ਵੀ ਇੱਥੋਂ ਖੋਜਾਂ, ਗਾਈਡੈਂਸ ਇੱਥੋਂ ਨਿਕਲਣੀ ਹੈ। ਨਹੀਂ, ਨੈਚੁਰਲੀ ਜਦੋਂ ਐਡੇ ਵੱਡੇ ਅਦਾਰੇ ਦਾ, ਐਡੇ ਵੱਡੇ ਇੰਸਟੀਚਿਊਸ਼ਨ ਦਾ, ਜਿਹੜਾ ਇੰਡੀਆ 'ਚ ਨੰਬਰ 1 ਹੈ, ਏਸ਼ੀਆ ਦੇ ਵਿੱਚ ਵੀ, ਵਰਲਡ 'ਚ ਵੀ ਇਹਦਾ ਨਾਂ ਹੈ ਜੀ, ਜਦੋਂ ਉਹਦਾ ਹੈਡ ਹੀ ਮੁਖੀ ਨਾ ਹੋਵੇ ਰੈਗੂਲਰ, ਪਾਰਟ ਟਾਈਮ ਰੱਖਿਆ ਹੋਵੇ, ਪਤਾ ਨਹੀਂ ਹਫਤੇ 'ਚ ਇੱਕ ਅੱਧਾ ਦਿਨ ਆਉਂਦੇ ਜਾਂ ਨਹੀਂ ਆਉਂਦੇ, ਉਹਨਾਂ ਦੀ ਆਪਣੀ ਉਧਰ ਦੀਆਂ, ਇਹ ਤਾਂ ਉਹਨਾਂ ਵਾਸਤੇ ਸੈਕੰਡਰੀ ਚੀਜ਼ ਹੈ। ਤੇ ਇਹ ਕੋਈ ਬੜਾ ਹੈਲਦੀ ਐਟੀਟਿਊਡ ਨਹੀਂ ਹੈ ਗਵਰਨਮੈਂਟ ਦੇ ਪਾਰਟ 'ਤੇ ਵੀ ਤੁਸੀਂ ਪੋਸਟ ਇੰਨੀ ਇੰਪੋਰਟੈਂਟ ਪੋਜੀਸ਼ਨ ਹੈਗੀ ਆ, ਕਈ MOU ਸਾਈਨ ਕਰਨੇ ਪੈਂਦੇ ਹੁੰਦੇ ਨੇ, ਕਈਆਂ ਦੇ ਨਾਲ ਤੁਹਾਨੂੰ ਕੋਲੈਬੋਰੇਸ਼ਨਸ ਕਰਨੀਆਂ ਪੈਂਦੀਆਂ, ਕਈ ਗਾਈਡੈਂਸ ਦੇਣੀ ਪੈਂਦੀ, ਪਲੈਨਿੰਗ ਕਰਨੀ ਹੁੰਦੀ ਆ ਵੀ ਤੁਸੀਂ ਇਹਨਾਂ ਚਿਰ ਖਾਲੀ ਰੱਖੋ। ਹੁਣ ਆਈ ਡੋਂਟ ਨੋ, ਐਡਵਰਟਾਈਜ਼ਮੈਂਟ ਹੋਈ ਨੂੰ ਵੀ ਦੇਰ ਹੋ ਗਈ ਆ, ਵੀ ਕੀ ਉੜੇਚਣ ਹੈਗੀ ਹੈ, ਕਿਉਂ ਨਹੀਂ ਪੋਸਟ ਨੂੰ ਫਿਲ ਅਪ ਕਰਦੇ? ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ। ਕਿਸਾਨੀ ਅੰਦੋਲਨ ਇੱਕ ਅਜਿਹਾ ਅੰਦੋਲਨ ਹੈ, 3 ਕਾਲੇ ਕਾਨੂੰਨ ਜਿਨ੍ਹਾਂ ਨੂੰ ਦਿੱਤਾ ਗਿਆ ਨਾਂ, ਉਹਨਾਂ ਦੇ ਪ੍ਰਤੀ ਸਾਨੂੰ ਟੈਕਨੀਕਲੀ ਪਾਰਟਸ ਪਤਾ ਹੋਣੇ, ਤਾਂ ਇਹ ਹੀ ਉਹ ਸੰਸਥਾ ਜਿਹੜੀ ਟੈਕਨੀਕਲੀ ਪੱਖ ਨੂੰ ਦਿਖਾ ਸਕਦੀ ਸੀ, ਇਹ ਕਾਨੂੰਨ ਕਿੱਥੋਂ ਟੇਢੇ ਆ, ਕਿੱਥੋਂ ਵਿੰਗੇ ਆ, ਕਿੱਥੋਂ ਸਿੱਧੇ ਕੀਤੇ ਜਾ ਸਕਦੇ ਆ। ਉਸ ਟੇਬਲ ਟਾਕ ਤੇ ਲਿਜਾਣ ਲਈ ਇਹਨੇ ਅਗਵਾਈ ਕਰਨੀ ਸੀ। ਤੁਹਾਨੂੰ ਲੱਗਦਾ PAU ਨੇ ਅਗਵਾਈ ਕੀਤੀ ਹੈ? ਨਹੀਂ, ਮੇਰੇ ਖਿਆਲ 'ਚ ਜੋ ਕਰਨੀ ਚਾਹੀਦੀ ਸੀ ਉਹ ਨਹੀਂ ਕਰ ਸਕੇ ਜੀ, ਕਿਉਂਕਿ ਅਸੀਂ ਕਹਿੰਦੇ ਹੁੰਦੇ ਆ ਵੀ ਇਹ ਕਿਸਾਨਾਂ ਦੀ ਸੰਸਥਾ ਹੈ। ਜੀ ਬਿਲਕੁਲ। ਅਸੀਂ ਦੇ ਕਹਿੰਦੇ ਵੀ ਕਿਸਾਨਾਂ ਨੂੰ ਮੇਲਿਆਂ 'ਚ ਕਹਿੰਦੇ ਤੁਸੀਂ ਮਾਲਕ ਜੇ, ਕਿਉਂਕਿ ਜੇ ਕਿਸਾਨ ਨੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਅਸੀਂ ਹਾਂ ਜੀ। ਤੇ ਇਹਦੇ ਵਿੱਚ ਤੁਹਾਨੂੰ ਬਿਲਕੁਲ ਜੋ ਬੜੇ ਆਬਜੈਕਟਿਵ ਤਰੀਕੇ ਦੇ ਨਾਲ, ਮਤਲਬ ਚਾਹੇ ਉਹ ਕਿਸੇ ਨੂੰ ਚੰਗੀ ਲੱਗੇ ਚਾਹੇ ਮਾੜੀ ਲੱਗੇ, ਪਿਓਰਲੀ ਟੈਕਨੀਕਲ ਪੁਆਇੰਟ ਆਫ ਵਿਊ ਜੋ ਵੀ ਹੈਗੀ ਉਹ ਸੇਧ, ਚਾਹੇ ਗਵਰਨਮੈਂਟ ਨੂੰ ਆ, ਚਾਹੇ ਕਿਸਾਨਾਂ ਨੂੰ ਆ, ਚਾਹੇ ਕਿਸੇ ਨੂੰ ਦੇਣੀ ਆ, ਉਹ ਇੱਕ ਇਸ ਅਦਾਰੇ ਦਾ ਫਰਜ਼ ਬਣਦਾ ਸੀ। ਹੁਣ ਵੀ ਬਣਦਾ ਜੀ। ਤੇ ਕੁਝ ਸਾਇੰਟਿਸਟ ਕਰ ਰਹੇ ਨੇ, ਆਪਣੇ ਦੱਸ ਰਹੇ ਨੇ, ਕਿਉਂਕਿ ਫੈਕਟਸ ਤੇ ਗੱਲ ਚੱਲਣੀ ਨਾ ਸਾਰੀ ਜੀ, ਵੀ ਕੀ ਫੈਕਟਸ ਜੇ 3 ਕਾਨੂੰਨ ਬਣਾਏ ਨੇ ਉਹਨਾਂ ਦਾ ਕੀ ਨੁਕਸਾਨ ਹੈ ਜੀ। ਕਿਉਂਕਿ ਮੇਰੇ ਨਾਲ ਵੀ ਕਈ ਵਾਰੀ ਡਿਸਕਸ਼ਨਾਂ ਹੋਈਆਂ ਨੇ, ਕਈ ਲੀਡਰਾਂ ਦੀਆਂ ਵੀ ਹੋਈਆਂ ਨੇ। ਇਹ ਹੁਣ ਤੁਸੀਂ ਵਰਲਡ ਦੇ ਵਿੱਚ ਵੀ ਦੇਖੋ, ਜਿੱਥੇ ਪ੍ਰਾਈਵੇਟਾਈਜੇਸ਼ਨ ਹੋਈ ਹੈ, ਕਾਰਪੋਰੇਟਾਈਜੇਸ਼ਨ ਹੋਈ ਹੈ ਐਗਰੀਕਲਚਰ ਦੀ, ਉੱਥੇ ਨੁਕਸਾਨ ਹੋਇਆ ਜੀ। ਪੈਪਸੀ ਦਾ ਵੀ ਇੱਥੇ ਮੈਂ ਉਦੋਂ ਡਾਇਰੈਕਟਰ ਰਿਸਰਚ ਹੁੰਦਾ ਸਾਂ, ਪੈਪਸੀ ਕੋਲਾ ਦੇ ਇੱਥੇ ਸ਼ੁਰੂ ਕੀਤਾ ਸੀ ਕੰਟੈਕਟ ਦੇ ਫਾਰਮਿੰਗ ਦੇ ਵਿੱਚ ਵੀ, ਉਹਦੇ 'ਚ ਵੀ ਕਿਸਾਨਾਂ ਨੂੰ ਐਕਸਪਲੋਇਟੇਸ਼ਨ ਹੀ ਹੁੰਦੀ ਰਹੀ ਆ ਜੀ। ਤਾਂ ਇਹ 2-3 ਟਮਾਟਰ ਦੀ ਖੇਤੀ ਹੋਈ ਸੀ, ਟਮਾਟਰਾਂ ਦੀ ਕਰਦੇ ਰਹੇ ਨੇ, ਆਲੂਆਂ ਦੀ ਕਰਦੇ ਰਹੇ ਨੇ। ਤਾਂ ਇਹਦੇ ਵਿੱਚ ਬੜੇ ਫਲਾਜ਼ ਸਨ ਸਾਰੇ, ਔਰ ਜਿੱਥੇ ਵੀ ਵਰਲਡ ਦੇ ਵਿੱਚ ਕਿਤੇ ਵੀ ਹੋਇਆ ਉੱਥੇ ਵੀ ਐਕਸਪਲੋਇਟੇਸ਼ਨ ਹੀ ਹੁੰਦੀ ਹੈ ਕਿਸਾਨ ਦੀ ਜੀ। ਤੇ ਇਹ ਹੁਣ ਪਤਾ ਨਹੀਂ ਇਹਦੇ ਵਿੱਚ ਕਿਉਂ ਪ੍ਰੋਬਲਮ ਆਈ ਹੈ, ਕਿਉਂ ਨਹੀਂ ਗਾਈਡੈਂਸ ਦਿੱਤੀ ਜਾ ਸਕੀ, ਜਾਂ ਗਵਰਨਮੈਂਟ ਨੇ ਵੀ ਟੈਕਨੀਕਲ ਲੋਕਾਂ ਨੂੰ ਕਿਉਂ ਨਹੀਂ ਪੁੱਛਿਆ। ਇਹ ਵੀ ਬਹੁਤ ਵੱਡੀ ਗੱਲ ਹੈ। ਇੱਕ ਚੀਜ਼ ਮੈਨੂੰ ਹੋਰ ਮੈਂ ਪੁੱਛਣਾ ਚਾਹੁੰਦਾ, ਇਹ ਵਾਈਸ ਚਾਂਸਲਰ ਦਾ ਲੱਗਣਾ ਇੱਕ ਸੀਨੀਅਰ ਹੋਣਾ ਜਾਂ ਕ੍ਰਾਈਟੇਰੀਆ, ਜਾਂ ਇੱਕ ਤੁਹਾਡੀ ਜਿਵੇਂ ਪ੍ਰੋਫਾਈਲ ਹੀ ਇੱਕ ਪਰਫਾਰਮ ਹੈ ਇੱਕ ਵਾਈਸ ਚਾਂਸਲਰ ਵਾਸਤੇ? 1962 ਤੋਂ ਬਾਅਦ ਅੱਜ ਤੱਕ ਦੇਖੀ ਤਾਂ ਵਾਈਸ ਚਾਂਸਲਰ ਲੱਗਣ ਵਾਸਤੇ ਇਹ ਇੱਕ ਵਿਅਕਤੀਤਵ ਦੀ, ਕਿਰਦਾਰ ਦੀ ਪ੍ਰੋਫਾਈਲ ਹੀ ਪਰਫਾਰਮ ਹੈ। ਐਗਜ਼ੈਕਟਲੀ ਬਿਲਕੁਲ। ਨਹੀਂ, ਮੈਂ ਤਾਂ ਆਪ ਸੋਚਦਾ ਵੀ ਜਿੱਦਾਂ ਹੁਣ ਉਹ ਇੱਕ ਪਰਫਾਰਮਾ ਬਣਾਇਆ ਇਹਨਾਂ ਨੇ, ਮੈਂ ਵੀ ਉਹ ਪੜ੍ਹਿਆ 6 ਪੇਜ ਦਾ। ਅੱਛਾ ਜੀ। ਅਪਲਾਈ ਕਰੇ ਵਾਈਸ ਚਾਂਸਲਰ। ਅੱਛਾ ਜੀ।
ਹੁਣ ਮੈਂ ਪਰਸਨਲੀ ਇਹਦੇ ਹੱਕ 'ਚ ਨਹੀਂ ਵੀ ਤੁਸੀਂ, ਮੈਂ ਇਹਨੇ ਕਦੇ ਵੀ ਅਪਲਾਈ ਨਹੀਂ ਸੀ ਕੀਤਾ। ਅੱਛਾ, ਤੁਸੀਂ ਅਪਲਾਈ ਨਹੀਂ ਨਾ 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 ਕਦੇ ਨਾ, ਪਹਿਲਾਂ ਜਦੋਂ ਮੈਨੂੰ ਮਿਲੀ ਸਿਰਫ ਵੀਸੀ ਕਿਵੇਂ ਲੱਗਦਾ ਹੈ? ਨਹੀਂ, ਵੀਸੀ ਦੇਖੋ ਕਿਹਨੂੰ ਨਹੀਂ ਪਤਾ ਹੈਗਾ। ਮੈਂ ਜਦ ਵੀਸੀ ਬਣਿਆ, ਪ੍ਰੋ ਵੀਸੀ ਬਣਿਆ, ਉਦੋਂ ਮੈਨੂੰ ਹਾਈ ਕੋਰਟ 'ਚ ਲੈ ਕੇ ਉਹ ਚਲੇ ਗਏ। ਅੱਛਾ ਜੀ। ਹੁਣ ਉਹਨਾਂ ਨੇ ਕਿਹਾ ਜੀ ਇਹਨਾਂ ਨੇ 3 ਮਹੀਨੇ ਪਹਿਲਾਂ ਹੀ ਸਿਲੈਕਸ਼ਨ ਕਰ ਲਈ, ਕਿ ਉਹ 3 ਮਹੀਨੇ ਪਹਿਲਾਂ ਹੀ ਰਿਜ਼ਾਈਨ ਕਰਤਾ ਸੀ ਕਾਲਕੜ ਸਾਹਿਬ ਨੇ ਵੀ ਮੈਂ 3 ਮਹੀਨੇ ਨੋਟਿਸ ਦੇਣਾ, ਤੇ ਮੈਂ 3 ਮਹੀਨੇ ਪਹਿਲਾਂ ਇਹ ਅਪੁਆਇੰਟ ਹੋ ਚੁੱਕਾ ਸਾਂ। ਤੇ ਉਹ ਹਾਈ ਕੋਰਟ ਦੇ ਵਿੱਚ ਲੈ ਗਿਆ ਜੀ, ਇਹਨਾਂ ਦੇ ਪਹਿਲਾਂ ਹੀ ਪਲਾਨ ਕੀਤੀ ਸੀ ਗਵਰਨਮੈਂਟ ਨੇ। ਉਹ ਕਹਿੰਦੇ ਵੀ ਏਡੀ ਵੱਡੀ ਪੋਸਟ ਆ, ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਕਿਹਨੂੰ ਲੈਣਾ ਹੈ। ਉਹਨਾਂ ਨੂੰ ਪਹਿਲਾਂ ਕਿੱਦਾਂ ਨਹੀਂ ਪਤਾ ਹੁੰਦਾ। ਹੁਣ ਮੈਂ ਇਹ ਸੋਚਿਆ, ਕਹਿ ਰਿਹਾ ਸੀ ਕਈਆਂ ਨੂੰ ਵੀ ਆਹ ਜਿਹੜਾ ਪਰਫਾਰਮਾ ਬਣਾਇਆ, ਚਲੋ ਮੈਂ ਤਾਂ ਕੁਝ ਵੀ ਨਹੀਂ, MS ਰੰਧਾਵਾ ਵਰਗੇ ਜਾਂ PN ਥਾਪਰ ਪਹਿਲੇ ਵਾਈਸ ਚਾਂਸਲਰ ਬਣੇ ਆ, ਉਹ ਇਸ ਪਰਫਾਰਮੈਂਸ ਦੇ ਹਿਸਾਬ ਨਾਲ ਕਦੇ ਵੀ ਨਹੀਂ ਸਿਲੈਕਟ ਹੋ ਸਕਦੇ। ਉਹ ਬੈਸਟ ਵਾਈਸ ਚਾਂਸਲਰ ਹੋਏ ਨੇ ਨਾ ਦੋਨੋਂ, ਆਪਾਂ ਉਹਨਾਂ ਜਾਂ ਡਾਕਟਰ ਖੇਮ ਸਿੰਘ ਗਿੱਲ ਨੂੰ ਕਿਹਾ ਜਾਂ ਡਾਕਟਰ ਖੇਮ ਸਿੰਘ ਗਿੱਲ ਦਾ। ਅੱਛਾ, ਇਸ ਪਰਫਾਰਮੈਂਸ ਮੁਤਾਬਕ ਉਹ ਲੋਕ ਫਿਟ ਨਹੀਂ ਸੀ? ਨਾ, ਮੇਰੇ ਵਰਗਾ ਤਾਂ ਕਿਤੇ ਵੀ ਨਹੀਂ ਆਉਂਦਾ ਉਹਦੇ 'ਚ। ਕੀ ਕਾਰਨ ਦੇਖਦੇ ਹੋ ਫਿਰ? ਮਤਲਬ ਉਹ ਇਹੋ ਜਿਹਾ ਬਣਾਇਆ ਵੀ ਜਿੱਦਾਂ ਕੋਈ ਪ੍ਰੋਫੈਸਰ, ਕੋਈ ਸਾਇੰਟਿਸਟ ਲਾਉਣ। ਦੇਖੋ ਇਹ ਇੱਕ ਮੈਨੇਜਰੀਅਲ ਪੋਜੀਸ਼ਨ ਹੈ, ਮੈਨੇਜਮੈਂਟ ਦਾ ਇੱਕ ਮੈਨੇਜਰ ਹੈ। ਅੱਛਾ ਜੀ। ਵਾਈਸ ਚਾਂਸਲਰ ਇਜ਼ ਐਨ ਐਡਮਿਨਿਸਟ੍ਰੇਟਰ। ਨਾ MS ਰੰਧਾਵਾ ਬਹੁਤ ਵੱਡੇ ਸਾਇੰਟਿਸਟ ਸੀ, ਠੀਕ ਹੈ, ਉਹਨਾਂ ਕੋਲ ਬਹੁਤ ਆਲ ਰਾਊਂਡਰ ਆਰਟ ਦੇ ਵਿੱਚ ਵੀ ਸਾਰੇ, ਪਰ ਉਹਨੇ ਇਹ ਕਹੀ ਵੀ ਉਹਨਾਂ ਨੇ ਬੜੀਆਂ ਰਿਸਰਚ ਪੇਪਰ ਬਣਾਏ ਨੇ, ਕੋਈ ਰਿਸਰਚ ਪੇਪਰ ਨਹੀਂ ਸੀ। PN ਥਾਪਰ ਦਾ ਕੋਈ ਰਿਸਰਚ ਪੇਪਰ ਨਹੀਂ ਸੀ ਜੀ। ਇਸ ਵੇਲੇ ਆਪਾਂ ਉਹਨਾਂ ਨੂੰ ਟੌਪ ਤੇ ਗਿਣਦੇ ਹੈਗੇ ਆ ਜੀ। ਡਾਕਟਰ ਕਾਲਕਟ ਲਾ ਲਓ, ਉਹਨਾਂ ਦਾ ਵੀ ਕੋਈ ਪਬਲੀਕੇਸ਼ਨ ਹੈ, ਰਿਸਰਚ। ਇਹ ਤਾਂ ਇੱਕ ਮੈਨੇਜਮੈਂਟ ਹੈ, ਇਹਦੇ ਲਈ ਇੱਕ ਡਾਇਨਾਮਿਕ ਲੀਡਰ ਤੁਹਾਡਾ ਐਕਸਪੋਜ਼ਰ ਕਿੱਡਾ ਹੈ, ਇਹ ਬਹੁਤ ਵੱਡੀ ਗੱਲ। ਐਕਸਪੋਜ਼ਰ ਕਿੰਨਾ, ਤੁਸੀਂ ਨਾਲ ਲੈ ਕੇ ਕਿੱਦਾਂ ਚੱਲ ਸਕਦੇ ਆ, ਤੁਸੀਂ ਲੀਡ ਕਿੱਦਾਂ ਕਰ ਸਕਦੇ ਆ, ਤੁਹਾਡੀ ਬੈਕਗਰਾਉਂਡ ਹੋਣੀ ਬਹੁਤ ਜ਼ਰੂਰੀ ਹੈ, ਸਾਇੰਟੀਫਿਕ ਬੈਕਗਰਾਉਂਡ ਹੋਣੀ ਚਾਹੀਦੀ, ਤਾਂ ਕਿ ਇਹ ਨਾ ਹੋਵੇ ਵੀ ਤੁਸੀਂ ਬਿਲਕੁਲ ਤੁਹਾਨੂੰ ਪਤਾ ਹੀ ਨਾ ਹੋਵੇ। ਪਰ ਇਹਦੇ 'ਚ ਮੈਨੇਜਮੈਂਟ ਜ਼ਿਆਦਾ ਹੈ। ਪਰ ਸਾਇੰਟੀਫਿਕ ਦੀ ਵੀ ਉਹ ਵੀ ਐਗਰੀਕਲਚਰ ਦੇ ਨੇੜੇ ਦੀ ਹੋਣੀ। ਐਗਰੀਕਲਚਰ ਨਾਨ ਐਗਰੀਕਲਚਰ ਤਾਂ ਬਹੁਤ ਵੱਡਾ ਪੰਗਾ। ਨਹੀਂ, ਬੇਸਿਕਲੀ ਨੈਚੁਰਲ ਐਗਰੀਕਲਚਰ, ਕਿਉਂਕਿ PN ਥਾਪਰ ਵੀ ਐਗਰੀਕਲਚਰ ਸੈਕਟਰੀ ਰਹੇ ਨੇ, MS ਰੰਧਾਵਾ ਵੀ ICR ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਰਹੇ ਨੇ। ਐਗਰੀਕਲਚਰ ਬੈਕਗਰਾਉਂਡ ਹੋਣੀ ਜ਼ਰੂਰੀ ਹੈ ਨਾ ਜੀ। ਜੇ ਹੁਣ ਮੈਨੂੰ ਤੁਸੀਂ ਕਿਸੇ ਮੈਡੀਕਲ ਫੀਲਡ ਦੇ ਵਿੱਚ ਲਾ ਦਿਓ, ਜਿੱਦਾਂ ਮੈਨੂੰ ਨਹੀਂ ਪਤਾ, ਤਾਂ ਨੈਚੁਰਲੀ ਮੈਂ ਉੱਥੇ ਲੀਡਰਸ਼ਿਪ ਵੀ ਨਹੀਂ ਅੱਛੀ ਦੇ ਸਕਦਾ। ਉਹ ਬੈਕਗਰਾਉਂਡ ਹੋਣੀ ਤਾਂ ਜ਼ਰੂਰੀ ਹੈ, ਨੋ ਡਾਊਟ। ਜਾਨੀ ਇਹ ਪਰਫਾਰਮਾ ਉਸ ਚੀਜ਼ ਦੇ ਫਿੱਟ ਨਹੀਂ ਪਰ ਨਹੀਂ, ਇਹ ਪਰਫਾਰਮੈਂਸ ਤੇ ਇੱਕ ਨਾ ਇੱਕ ਸਾਇੰਟਿਸਟ ਲਾਉਣਾ ਹੋਵੇ ਵੀ ਕਿੰਨੀਆਂ ਤੁਹਾਡੀਆਂ ਪਬਲੀਕੇਸ਼ਨ ਨੇ, ਕਿੰਨੇ ਤੁਸੀਂ ਕਾਨਫਰੰਸਾਂ ਅਟੈਂਡ ਕੀਤੀਆਂ, ਕਿੰਨੀਆਂ ਤੁਹਾਡੀਆਂ ਪਪੂਲਰ ਆਰਟੀਕਲਸ ਨੇ, ਕਿਹੜੇ ਤੁਸੀਂ ਮੀਟਿੰਗਾਂ, ਬੋਰਡਾਂ ਦੇ ਮੈਂਬਰ ਜੇ, ਅਕੈਡਮਿਕ ਕਾਉਂਸਲ ਦੇ, ਤੁਸੀਂ ਬੋਰਡ ਆਫ ਸਟੱਡੀਜ਼ ਦੇ, ਕਿੰਨੀਆਂ ਤੁਸੀਂ ਬਾਹਰ ਕਾਨਫਰੰਸ ਅਟੈਂਡ। ਮਤਲਬ ਇਹ ਇਹੋ ਜਿਹੇ ਨੇ ਜਿਹੜੇ ਕਿ ਅਸੀਂ ਇੱਕ ਸਾਇੰਟਿਸਟ ਵਾਸਤੇ ਬਹੁਤ ਵਧੀਆ ਨੇ, ਪਰ ਇੱਕ ਵਾਈਸ ਚਾਂਸਲਰ ਵਾਸਤੇ ਤਾਂ ਉਹਦਾ ਇੱਕ ਇਹਦੀ ਲੀਡਰਸ਼ਿਪ ਹੁਣ ਤੇ ਕੋਈ ਬਾਹਰ ਕਿਸੇ ਨੇ ਮੈਨੇਜਮੈਂਟ ਦੇ ਵਿੱਚ ਲਾਉਣਾ ਹੋਵੇ ਤਾਂ ਉਹ 3-4 ਡਿਫਰੈਂਟ ਅਦਾਰਿਆਂ ਤੋਂ ਉਹਦਾ ਅਸੈਸ ਕਰਾਉਂਦੇ ਨੇ, ਸਾਈਕੋਲੋਜਿਸਟ ਕੋਲੋਂ ਵੀ, ਮੈਨੇਜਮੈਂਟ ਗੁਰੂਜ਼ ਦੇ ਕੋਲੋਂ ਵੀ, ਕਿ ਇਹਦੇ ਕੋਲ ਮੈਨੇਜਮੈਂਟ ਕੋਈ ਕੈਪੇਬਿਲਿਟੀ ਹੈਗੀ ਆ। ਕਿਉਂਕਿ ਮੈਨੇਜਮੈਂਟ ਦੇ ਵਿੱਚ ਸਭ ਤੋਂ ਲੀਡਰਸ਼ਿਪ ਇਹ ਹੁੰਦੀ ਹੈ ਵੀ ਤੁਸੀਂ ਗਾਂ ਇੱਕ ਡਿਵੈਲਪ ਕਰੋ, ਦੂਜਾ ਵੀ ਇੱਕ ਤੁਹਾਡੇ ਸਾਥੀ ਗਾਂ ਡਿਵੈਲਪ ਕਰੋ ਜਿਹੜੇ ਕਿ ਗਾਂ ਉਹਨੂੰ ਲੈ ਕੇ ਚੱਲ ਸਕਣ। ਯੂ ਸ਼ੁੱਡ ਡੈਲੀਗੇਟ ਪਾਵਰਸ, ਨਾ ਕਿ ਆਪਣੇ। ਜਾਨੀ ਕਿ ਰਿਸਰਚ ਦੇ ਹਿਸਾਬ ਨਾਲ ਇੱਕ ਵਾਈਸ ਚਾਂਸਲਰ ਨੂੰ ਸਿਲੈਕਟ ਕੀਤਾ ਜਾਂਦਾ ਹੈ ਇੱਕ ਰਿਸਰਚ ਤੋਂ ਬਾਅਦ। ਹਾਂ, ਮਤਲਬ ਰਿਸਰਚ ਤੋਂ ਬਾਅਦ ਵੀ ਉਹ ਕਿਸ ਤਰ੍ਹਾਂ, ਜੇ ਉਹ ਡੀਨ ਰਿਹਾ, ਡਾਇਰੈਕਟਰ ਰਿਹਾ ਆਪਣਾ, ਜੇ ਪਹਿਲਾਂ ਹੈੱਡ ਆਫ ਦੀ ਡਿਪਾਰਟਮੈਂਟ ਰਿਹਾ, ਤੇ ਉਹ ਕਿੱਦਾਂ ਨਾਲ ਲੈ ਕੇ ਚੱਲਦਾ ਰਿਹਾ। ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਇਹ ਇੱਕ ਪੋਲੀਟੀਕਲ ਪੋਸਟ ਆ, ਉਹਨੇ ਵੀ ਤੁਸੀਂ CM ਜਾਂ ਪ੍ਰਾਈਮ ਮਿਨਿਸਟਰ ਬਣ ਗਏ ਤੇ ਤੁਸੀਂ ਆਪੇ ਚਲਾਏ, ਜੋ ਕਿਸੇ ਨੇ ਪੁੱਛਣਾ ਨਹੀਂ, ਉਹ ਵੀ ਫਿਰ ਅਲਟੀਮੇਟਲੀ ਇਨ ਦੀ ਲੌਂਗ ਰਨ ਫੇਲ ਹੀ ਹੁੰਦੇ ਨੇ। ਜਿਹਨੇ ਤੁਸੀਂ ਨਾਲ ਲੈ ਕੇ ਚੱਲੋ, ਇਟਸ ਲਾਈਕ ਅ ਕੈਪਟਨ ਆਫ ਅ ਟੀਮ, ਨਾਲ ਲੈ ਕੇ ਤੁਸੀਂ ਚੱਲੋ, ਸਾਰਿਆਂ ਨੂੰ ਲੀਡ ਕਰੋ, ਲੀਡ ਬਾਈ ਐਗਜ਼ਾਮਪਲ। ਤੁਹਾਡੇ 'ਚ ਆਪਣੇ ਵੀ ਬੈਕਗਰਾਉਂਡ ਵੀ ਤੁਹਾਡੀ ਹੋਵੇ। ਸੋ ਇਹਦੇ ਵਾਸਤੇ ਪਰਫਾਰਮੈਂਸ ਦੀ ਤਾਂ ਕਿਹਨੂੰ ਨਹੀਂ ਪਤਾ ਹੈਗਾ। ਹੁਣ ਆਪਾਂ ਪੰਜਾਬ 'ਚ ਕਿਹਨੂੰ ਨਹੀਂ ਜਾਣਦੇ ਵੀ ਇਹਦੇ ਨਾਲ ਪਿਛਲੇ 10 ਸਾਲ ਤੋਂ ਇੱਕ VC ਲੱਭਣ 'ਚ ਹੀ ਸਾਰਾ ਸਟੇਟ ਕਾਮਯਾਬ ਨਹੀਂ ਹੋਇਆ। ਹਾਂ, ਦੇਖ ਲਓ ਹੁਣ ਕੀ ਹਾਲ ਹੋ ਰਿਹਾ ਵੀ, ਕੋਈ ਪਤਾ ਨਹੀਂ ਲੱਗ ਰਿਹਾ। ਤੁਸੀਂ ਮਹੱਤਵ ਕਿੰਨਾ ਕੁ ਦੇਖਦੇ ਹੋ PAU ਦਾ ਕਿਸਾਨੀ ਨੂੰ ਲੈ ਕੇ, ਕਿਸਾਨੀ ਦੇ ਨਾਲ? ਦੇਖੋ ਜੀ, ਕਿਸਾਨੀ ਦਾ ਮਹੱਤਵ ਇਹ ਹੈ ਵੀ ਤੁਸੀਂ ਯੂਨੀਵਰਸਿਟੀ 1962 'ਚ ਬਣੀ ਹੈ ਜੀ। ਮੈਂ 3-4 ਚੀਜ਼ਾਂ ਨੂੰ ਐਗਰੀਕਲਚਰ ਪੰਜਾਬ ਦੇ ਵਿੱਚ ਖਾਸ ਕਰਕੇ ਰੈਵੋਲੂਸ਼ਨ ਜੋ ਐਗਰੀਕਲਚਰ ਦਾ ਹੈ ਪੰਜਾਬ 'ਚੋਂ ਆ, ਮੇਨਲੀ ਇੰਡੀਆ ਦੇ ਵਿੱਚੋਂ ਪੰਜਾਬ, ਹਰਿਆਣਾ, ਇਹ ਪੰਜਾਬ ਕੱਢ ਦਾ ਸੀ। ਸੋ ਇਹ 62-63 ਦੇ ਵਿੱਚ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਸਾਡਾ 11 ਕੁਇੰਟਲ ਝੋਨੇ ਦਾ ਐਵਰੇਜ ਸਾਡੀ ਯੀਲਡ ਝਾੜ ਹੁੰਦਾ ਸੀ, ਹੁਣ ਉਹ 60 ਕੁਇੰਟਲ ਤੱਕ ਹੋ ਗਈ ਹੈ ਜੀ। ਕਣਕ ਦੀ ਵੀ ਇੰਨੀ 12 ਕੁ ਹੁੰਦੀ ਸੀ, ਹੁਣ ਉਹ 50 ਕੁਇੰਟਲ ਦੇ ਨੇੜੇ ਹੋ ਗਈ ਆ। ਇਹਦੇ ਵਿੱਚ ਕਈ ਚੀਜ਼ਾਂ ਆਈਆਂ, ਇਹ ਨਹੀਂ ਇਕੱਲੇ ਸਾਇੰਟਿਸਟ ਜਾਂ PAU ਨੇ ਕੀਤਾ। ਸਭ ਤੋਂ ਪਹਿਲਾਂ ਜਿਹੜਾ ਐਗਰੀਕਲਚਰ ਲੈਂਡ ਦੀ ਕੰਸੋਲੀਡੇਸ਼ਨ ਹੋਈ ਆ ਪ੍ਰਤਾਪ ਸਿੰਘ ਕੈਰੋਂ ਦੀ, ਉਹ ਇੱਕ ਉੱਥੋਂ ਬੇਸ ਵੱਜਾ, ਨਾਲ ਮੰਡੀਆਂ ਬਣਾਈਆਂ, ਫਿਰ ਯੂਨੀਵਰਸਿਟੀ ਬਣ ਗਈ। ਯੂਨੀਵਰਸਿਟੀ ਬਣਨ ਨਾਲ ਫਿਰ ਅਸੀਂ ਨਵੀਆਂ ਵੈਰਾਈਟੀਆਂ ਕੱਢੀਆਂ, ਉਹਨਾਂ ਦੀ ਟੈਕਨੋਲੋਜੀਜ਼ ਕੱਢੀਆਂ, ਉਹਨਾਂ ਨੂੰ ਕਿੱਦਾਂ ਅਸੀਂ ਪ੍ਰੋਡਕਟਿਵਿਟੀ ਵਧਾਉਣੀ ਹੈ, ਕਿੱਦਾਂ ਡਿਜ਼ੀਜ਼ ਰੈਜ਼ਿਸਟੈਂਸ ਲਿਆਉਣੀ ਹੈ, ਫਾਰਮਰ ਨੂੰ ਅਡਾਪਟ ਕੀਤਾ, ਮੈਕਨਾਈਜੇਸ਼ਨ ਆਈ, ਇਰੀਗੇਸ਼ਨ ਆਈ,
ਇਹ ਸਾਰੇ ਫੈਕਟਰ ਆਏ ਨੇ। ਪਰ ਉਹਦੇ ਵਿੱਚ ਇਹ ਆ ਵੀ ਤੁਹਾਨੂੰ ਵੈਰਾਈਟੀਆਂ ਉਸ ਤਰੀਕੇ ਨਾਲ ਦਿੱਤੀਆਂ ਵੀ ਜਿਹੜੀਆਂ ਹਾਈ ਫਰਟੀਲਾਈਜ਼ਰ ਹਾਈ ਨਿਊਟ੍ਰੀਐਂਟ ਅਪਟੇਕ ਵੀ ਕਰ ਸਕਦੀਆਂ, ਨਹੀਂ ਤੇ ਪਹਿਲਾਂ ਹੁੰਦੀ ਸੀ ਜ਼ਿਆਦਾ ਤੁਸੀਂ ਡੋਜ਼ ਪਾ ਦਿੰਦੇ ਸੀ ਤੇ ਉਹ ਕ੍ਰੌਪ ਲੌਜ ਕਰ ਜਾਂਦੀ ਸੀ। ਸੋ ਇਹ ਫਿਰ ਵੈਰਾਈਟੀਆਂ ਕੁਝ ਬਾਹਰੋਂ ਆਈਆਂ, ਬਾਹਰੋਂ ਦੇ ਹਿਸਾਬ ਦੇ ਨਾਲ ਉਹਨਾਂ ਦੀ ਕੁਆਲਿਟੀਜ਼ ਠੀਕ ਨਹੀਂ ਸੀ, ਉਹ ਫਿਰ ਇੱਥੋਂ ਸਾਡੇ ਸਾਇੰਟਿਸਟ ਨੇ ਕੰਮ ਕੀਤਾ। ਤੇ ਜਿੱਦਾਂ ਵੀਟ ਦੇ ਵਿੱਚ ਡਾਕਟਰ ਖੇਮ ਸਿੰਘਲ ਦਾ ਨਾਮ ਹੈ, ਬਹੁਤ ਉਹਨਾਂ ਨੇ ਕੰਮ ਕੀਤਾ। ਸੋ ਉਹ ਸਾਰਿਆਂ ਦਾ ਰਲ ਕੇ ਇਹ ਸੀ ਵੀ ਕਿਸਾਨਾਂ ਨੇ ਵੀ, ਔਰ ਕਿਸਾਨਾਂ ਨੂੰ ਫੇਥ ਹੈ ਪੀਏਯੂ ਦੇ ਉੱਪਰ, ਬਹੁਤ ਫੇਥ ਹੈ ਕਿਸਾਨਾਂ ਨੂੰ ਬਲਾਈਂਡਲੀ। ਤੁਸੀਂ ਜੋ ਟੈਕਨੋਲੋਜੀ ਜੋ ਕੁਝ ਤੁਸੀਂ ਐਡਵਾਈਸ ਕਰਦੇ ਹੋ ਉਹਨੂੰ ਬਹੁਤ, ਮੈਨੂੰ ਯਾਦ ਹੈ 2006-07 ਦੇ ਵਿੱਚ ਮੇਰਾ ਲਾਸਟ ਮੇਲਾ ਸੀ ਤੇ ਕੁਝ 2 ਮਹੀਨੇ ਪਹਿਲਾਂ ਇੱਥੇ ਚੀਫ ਜਸਟਿਸ ਆਇਆ ਸੀ ਮਿਸਟਰ ਜੈਨ, ਤੇ 2-3 ਜੱਜ ਸੀ ਹਾਈ ਕੋਰਟ ਦੇ ਨਾਲ ਉਹਨਾਂ ਦੇ, ਤੇ ਉਹ ਫਿਰ ਮੇਰੇ ਕੋਲ ਕਹਿੰਦੇ ਤੁਹਾਡੇ ਕੋਲ ਬ੍ਰੇਕਫਾਸਟ ਲੈਣਾ, ਤੇ ਉਹ ਮੇਰੇ ਫਿਰ ਦਫ਼ਤਰ ਆ ਗਏ ਤੇ ਉਹ ਮੈਨੂੰ ਪੁੱਛਣ ਲੱਗੇ ਤੁਹਾਡੇ ਪ੍ਰੈਜ਼ੀਡੈਂਟ ਨਾਲ ਕਿੱਦਾਂ ਫੋਟੋ ਲੱਗੀਆਂ ਇੱਥੇ ਡਾਕਟਰ ਅਬਦੁਲ। ਮੈਂ ਕਿਹਾ ਉਹਨਾਂ ਨੂੰ ਮੈਂ ਇੱਥੇ ਕਿਸਾਨ ਮੇਲੇ ਤੇ ਬੁਲਾਇਆ ਸੀ ਪੀਏਯੂ ਦੇ ਵਿੱਚ, ਕੀ ਹੁੰਦਾ ਉਹ ਜੈਨ ਸਾਹਿਬ ਪੁੱਛਣ ਲੱਗੇ ਚੀਫ ਜਸਟਿਸ। ਮੈਂ ਕਿਹਾ ਜੀ ਅਸੀਂ ਹੁਣ ਇਹ ਜਨਵਰੀ 2007 ਦੀ ਗੱਲ ਆ, 2000 ਜਨਵਰੀ 7 ਦੀ, ਮੈਂ ਮਾਰਚ 31 ਨੂੰ ਰਿਜ਼ਾਈਨ ਕਰਤਾ ਸੀ ਤੇ ਅਸੀਂ ਮਾਰਚ 'ਚ ਮੇਲਾ ਰੱਖਣਾ ਸੀ, ਤੇ ਮੈਂ ਕਿਹਾ ਅਸੀਂ ਮਾਰਚ 'ਚ ਤੇ ਸਤੰਬਰ 'ਚ ਮੇਲਾ ਰੱਖਦੇ ਹਾਂ ਤੇ ਉਹਦੇ 'ਚ ਅਸੀਂ ਕੋਈ ਨਾ ਕੋਈ ਰੱਖਦੇ ਹਾਂ ਵੀ ਆਹ ਸਾਡਾ ਟੌਪਿਕ ਹੈ ਕਿ ਪੋਲਿਊਸ਼ਨ ਤੇ। ਕਹਿੰਦੇ ਉਹ ਤੇ ਮੇਰਾ ਫੇਵਰੇਟ, ਮੈਨੂੰ ਨਹੀਂ ਬੁਲਾ ਸਕਦੇ ਤੁਸੀਂ? ਅੱਛਾ ਜੀ। ਮੈਂ ਕਿਹਾ ਤੁਹਾਨੂੰ ਬੁਲਾ ਲੈਂਦੇ। ਤੇ ਉਹ ਚੀਫ ਗੈਸਟ ਜਦੋਂ ਆਇਆ ਨਾਲ 3 ਜੱਜ ਹੋਰ ਵੀ ਹੈਗੇ ਸੀ ਉਹਨਾਂ ਦੇ, ਜਿਹੜੇ ਉਹ ਪਹਿਲਾਂ ਵੀ ਮੇਰੇ ਘਰੇ ਆਏ ਸੀ ਉਦੋਂ, ਤੇ ਉਹ ਅਸੀਂ ਕਿਸਾਨ ਮੇਲਾ ਦੇਖਦੇ ਦੁਖਦੇ ਨਾ, ਤੇ ਉਹ ਰਾਊਂਡ ਦੋਣ ਲੱਗੇ ਤੇ ਡਾਕਟਰ ਢਿੱਲੋਂ ਵਾਈਸ ਚਾਂਸਲਰ ਉਦੋਂ ਡਾਇਰੈਕਟਰ ਸਰ ਸੀ, ਮੈਂ ਵੀ ਸੀ ਜੀ, ਤੇ ਉਹ ਲਾਈਨ ਫਾਰਮਰਸ ਦੀ ਲੱਗੀ ਤੇ ਉਹ ਕਾਰ ਜੀ ਰੋਕ ਕਹਿੰਦੇ ਜੀ ਮੈਂ ਇਹ ਕੀ ਕਰ ਰਹੇ ਨੇ ਇੱਥੇ ਕਿਸਾਨ ਲਾਈਨਾਂ 'ਚ ਖੜੇ ਸੀ। ਮੈਂ ਕਿਹਾ ਜੀ ਇਹ ਬੀਜ ਲੈਣ ਵਾਸਤੇ ਆਏ ਸਾਡੇ ਕੋਲੋਂ, ਕਹਿੰਦੇ ਇਹਨਾਂ ਨਾਲ ਮੈਂ ਗੱਲ ਕਰ ਸਕਦਾ? ਮੈਂ ਹਾਂ ਸ਼ੋਰ ਗੋ ਹੈਡ। ਤੇ ਉਹਨਾਂ ਪੁੱਛਣ ਲੱਗਾ ਤੁਸੀਂ ਕਾਹਦੇ ਲਈ ਇੱਥੇ ਖੜੇ ਆ? ਕਹਿੰਦੇ ਜੀ ਅਸੀਂ ਬੀਜ ਲੈਣਾ। ਕਦੋਂ ਦੇ ਆਏ? ਕਹਿੰਦੇ ਰਾਤ ਦੇ ਆ ਕੇ ਅਸੀਂ ਲਾਈਨਾਂ 'ਚ ਬੈਠੇ ਆ। ਅੱਛਾ ਜੀ। ਤੇ ਉਹ ਨਾਲ ਸੀ ਜਸਟਿਸ ਮਿੱਤਲ, ਤੇ ਉਹਨੂੰ ਕਹਿੰਦੇ ਮਿੱਤਲ ਪੁਲਿਸ ਦੀ ਕੀ ਲੋੜ ਹੈਗੀ, ਇੱਕ ਵੀ ਪੁਲਿਸਮੈਨ ਨਹੀਂ ਹੈਗਾ, ਕਿੰਨੇ ਡਿਸਿਪਲਿਨ 'ਚ ਕਿਸਾਨ ਖੜੇ ਨੇ, ਤੇ ਜੇ ਤੁਹਾਨੂੰ ਬਾਹਰੋਂ ਬੀਜ ਮਿਲ ਜੇ ਤੁਸੀਂ ਕਹਿੰਦੇ ਨਹੀਂ ਜੀ ਅਸੀਂ ਤਾਂ ਯੂਨੀਵਰਸਿਟੀ 'ਚੋਂ ਲੈਣਾ, ਸਾਨੂੰ ਉਹਦੇ 'ਤੇ ਭਰੋਸਾ। ਉਹ ਹੈਰਾਨ ਹੋ ਗਿਆ ਵੀ ਯਾਰ ਦੇਖੋ ਤੁਹਾਡਾ ਇੰਨਾ ਭਰੋਸਾ ਹੈ ਫਾਰਮਰਸ ਤੋਂ, ਤੁਹਾਡੇ ਕੁਆਲਿਟੀ ਅੱਛੀ ਹੈ ਸੀਡਸ ਦੀ ਜਾਂ ਜੈਨੂਇਨ ਹੈਗੀ ਹੈ। ਮੈਂ ਕਿਹਾ ਇਹ ਅਰਨ ਕੀਤਾ ਸਾਡੇ ਸਾਇੰਟਿਸਟ ਨੇ, ਇੰਨਾ ਵਿਸ਼ਵਾਸ ਹੈ। ਸਰਕਾਰ ਇਸ ਵਿਸ਼ਵਾਸ ਨੂੰ ਵੱਡਾ ਕਰਨ ਲਈ ਸੰਜੀਦਾ ਹੈਗੀ ਹੈ ਤੁਹਾਨੂੰ ਲੱਗਦਾ? ਨਹੀਂ ਉਹਨਾਂ ਵਾਸਤੇ ਤਾਂ ਇਹ ਪੀਏਯੂ ਦੀ ਕੋਈ ਹੁੰਦੇ ਸੀ। ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਬਹੁਤ ਇੰਟਰਸਟ ਲੈਂਦਾ ਹੁੰਦਾ ਸੀ। ਅੱਛਾ ਜੀ। ਹਾਂ, ਮੈਂ 5 ਸਾਲ ਉਹਨਾਂ ਨਾਲ ਰਿਹਾ, ਉਹ ਇੰਟਰਸਟ ਬਹੁਤ ਲੈਂਦੇ ਹੁੰਦੇ ਸੀ। ਅੱਛਾ, ਪਿਛਲੀ ਟਰਮ 'ਚ? ਪਹਿਲੀ ਟਰਮ ਮੈਂ ਕੋਈ ਵੀ ਜੇ ਫੰਡਸ ਵੱਲੋਂ ਕੋਈ ਪ੍ਰੋਬਲਮ ਨਹੀਂ ਆਉਣ ਦੇਣੀ, ਤੇ ਫਿਰ ਮੈਂ ਸੈਂਟਰ ਗੌਰਮੈਂਟ 'ਚੋਂ 100 ਕਰੋੜ ਸਪੈਸ਼ਲੀ ਲਿਆ ਸੀ, ਇੱਥੇ ਬੁਲਾਇਆ ਸੀ ਉਦੋਂ ਮੌਂਟੇ ਸਿੰਘ ਆਲੂਵਾਲੇ ਤੋਂ, ਉਹਦੀ ਮਿਸਿਸ ਨੂੰ, ਉਦੋਂ ਡਿਪਟੀ ਚੇਅਰਮੈਨ ਹੁੰਦੇ ਸੀ, ਉਹਨਾਂ ਨੂੰ ਪ੍ਰੋਜੈਕਟ ਦੱਸਿਆ ਵੀ ਸਾਨੂੰ ਪੈਸਿਆਂ ਦੀ ਲੋੜ ਆ, ਇੰਨੇ ਸਾਲ ਹੋ ਗਏ ਬਣਿਆ ਨੂੰ, ਕੋਈ ਰਿਪੇਅਰ ਵਾਸਤੇ ਪੈਸੇ ਨਹੀਂ ਹੈਗੇ ਤੇ ਗੌਰਮੈਂਟ ਤਾਂ ਸਾਨੂੰ ਸੈਲਰੀ ਦਿੰਦੀ ਆ, ਤੇ ਉਹ ਫਿਰ 100 ਕਰੋੜ ਮਿਲਿਆ ਸੀ ਸਾਨੂੰ 2000। ਅਨਫੋਰਚੂਨਟਲੀ ਮੈਨੂੰ ਛੱਡਣਾ ਪੈ ਗਿਆ, ਪਤਾ ਨਹੀਂ ਫਿਰ ਕਿੱਥੇ ਖਰਚਿਆ। 2006 ਮੈਨੂੰ ਯਾਦ ਆ ਫਰਵਰੀ ਦੇ ਫਾਈਨਾਂਸ ਉੱਥੇ ਕਰ ਰਹੇ ਸੀ ਪਾਰਲੀਮੈਂਟ ਦੇ ਵਿੱਚ, ਤੇ ਡਾਕਟਰ ਚਿਦੰਬਰਮ ਨੇ ਕਿਹਾ ਵੀ 100 ਕਰੋੜ ਅਸੀਂ ਪੀਏਯੂ ਨੂੰ ਦਿੰਦੇ ਸਪੈਸ਼ਲ, ਪਹਿਲੀ ਵਾਰੀ ਕਿਸੇ ਇੰਡੀਅਨ ਯੂਨੀਵਰਸਿਟੀ ਨੂੰ ਸਪੈਸ਼ਲ ਫੰਡ ਸੈਂਟਰ ਗੌਰਮੈਂਟ ਨੇ ਦਿੱਤਾ ਸੀ। ਤੇ ਉਹ ਮਤਲਬ ਕਰਦੇ ਸਪੋਰਟ ਮਿਲਦੀ ਸੀ, ਉਹ ਇੰਟਰਸਟ ਵੀ ਲੈਂਦੇ ਸੀ, ਆਪ ਵੀ ਅਮਰਿੰਦਰ ਸਿੰਘ ਕਾਫੀ ਇੰਟਰਸਟ ਲੈਂਦੇ ਸੀ। ਪ੍ਰੈਜ਼ੈਂਟ ਇੰਟਰਸਟ ਕਿਹੋ ਜਿਹਾ ਲੱਗਦਾ ਤੁਹਾਨੂੰ ਮੌਜੂਦਾ? ਨਹੀਂ ਹੁਣ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਯੂਨੀਵਰਸਿਟੀ ਬਾਰੇ ਵੀ ਕੁਝ ਕਰਨਾ ਕੋਈ ਤਾਂ ਹੀ ਹੁਣ ਦੇਖੋ ਨਾ, ਤਾਂ ਹੀ ਹੁਣ 1 ਜੁਲਾਈ ਨੂੰ ਮੈਨੂੰ ਫਿਰ ਆਫਰ ਆਈ ਸੀ ਵੀ ਤੁਸੀਂ ਆਓ ਵਾਈਸ ਚਾਂਸਲਰ ਲਾਉਣਾ ਚਾਹੁੰਦੇ ਤੁਹਾਨੂੰ। ਅੱਛਾ, ਤੁਹਾਨੂੰ ਹੁਣ ਵੀ ਵਾਈਸ ਚਾਂਸਲਰ ਦੀ ਆਫਰ ਸੀ? ਹਾਂ 1 ਜੁਲਾਈ, ਹੁਣ ਵੀ 1 ਜੁਲਾਈ ਨੂੰ ਮੈਨੂੰ ਫੋਨ। ਤੇ ਤੁਸੀਂ ਕਿਉਂ ਨਹੀਂ ਲੱਗੇ? ਹੁਣ ਕੁਰਸੀਆਂ ਨੂੰ ਤਾਂ ਲੋਕ ਉੱਠਦੇ ਨਹੀਂ ਸਰ। ਨਹੀਂ ਉੱਠਦਾ ਨਾ, 1 ਜੁਲਾਈ ਨੂੰ ਮੈਨੂੰ ਹੁਣ ਸਵੇਰੇ 9:30 ਵਜੇ ਫੋਨ ਆਇਆ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਸੀਐਮ ਦਾ, ਸੀਐਮ ਸਾਹਿਬ ਨੇ ਕੱਲ ਡਿਸਾਈਡ ਕੀਤਾ ਤੁਹਾਨੂੰ, ਕਿ 30 ਜੂਨ ਨੂੰ ਖਤਮ ਹੋਈ ਸੀ ਪੋਸਟ, ਤੇ 1 ਜੁਲਾਈ ਨੂੰ ਸਵੇਰੇ ਆ ਗਿਆ ਵੀ ਵਾਈਸ ਚਾਂਸਲਰ ਤੋਂ ਲਾਉਣਾ ਚਾਹੁੰਦੇ ਆ। ਮੈਂ ਕਿਹਾ ਵੀ ਮੈਂ ਤਾਂ ਹੁਣ 80 ਸਾਲ ਦਾ ਹੋ ਚੱਲਿਆ, 20 ਸਾਲ ਪਹਿਲਾਂ ਵਾਈਸ ਚਾਂਸਲਰ ਲੱਗਾ ਸੀ, ਤੇ ਨਹੀਂ ਹੁਣ ਨਹੀਂ ਮੇਰੀ, ਕਿਉਂਕਿ ਤੁਹਾਡੇ 'ਚ ਉਹ ਪਹਿਲਾਂ ਕਪੈਸਿਟੀ ਤਾਂ ਦੇਖਣੀ ਹੈ ਬੰਦੇ ਨੂੰ ਵੀ ਮੈਂ ਕਰਨ ਜੋਗਾ ਹੈ ਜਾਂ ਕਿ ਨਹੀਂ। ਇਸ ਉਮਰ ਦੇ ਵਿੱਚ ਉਨੀ ਨਾ ਤਾਂ ਤੁਹਾਡੇ 'ਚ ਐਨਰਜੀ ਰਹਿੰਦੀ ਹੈ, ਹਾਂਜੀ ਹੈ ਨਾ, ਤੇ ਦਿਮਾਗ ਵੀ ਢਿੱਲਾ ਪੈ ਜਾਂਦਾ, ਤਾਂ ਮੈਂ ਇਨਜਸਟਿਸ ਨਹੀਂ ਸੀ ਕਰਨਾ ਚਾਹੁੰਦਾ ਇਸ ਪੋਸਟ ਨਾਲ, ਤਾਂ ਆਈ ਡਿਕਲਾਈਨਡ ਇਟ। ਅੱਛਾ, ਮੈਨੂੰ ਇਹ ਦੱਸਿਓ ਵੀ ਬਹੁਤ ਸਾਰੀਆਂ ਪੋਸਟਾਂ ਦੇ ਐਕਸਟੈਂਸ਼ਨਾਂ ਹੀ ਹੋਈ ਜਾਂਦੀਆਂ, ਵੀਸੀ ਹੈ, ਹੋਰ ਬਹੁਤ ਸਾਰੀਆਂ ਪੋਸਟ, ਕੀ ਇਹ ਮਿਆਰ ਚਾਹੁੰਦਾ ਐਕਟ ਦੇ ਵਿੱਚ, ਯੂਨੀਵਰਸਿਟੀ ਦੇ ਮਿਆਰ ਚਾਹੁੰਦੀ ਹੈ ਇਹ ਚੀਜ਼ਾਂ? ਨਹੀਂ, ਐਕਸਟੈਂਸ਼ਨ ਇੱਦਾਂ ਹੈ, ਜਿਹੜਾ ਸਾਡਾ ਐਕਟ ਉਹਦੇ ਵਿੱਚ ਐਕਸਟੈਂਸ਼ਨ ਦੀ ਹੈਗੀ ਹੈ, ਪਰ ਐਕਸਟੈਂਸ਼ਨ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਦਿੰਦੇ ਆ ਉਹਦੇ ਵਿੱਚ ਉਹ ਐਡਮਿਨਿਸਟ੍ਰੇਟਿਵ ਪੋਸਟ ਨਹੀਂ ਰੱਖ ਸਕਦਾ। ਵੀ ਜਾਣੀ ਕਿ ਐਡਮਿਨਿਸਟ੍ਰੇਸ਼ਨ ਜੇ ਫਰਜ਼ ਕਰੋ ਕੋਈ ਡਾਇਰੈਕਟਰ ਸਰਚ ਆ ਉਹਨੂੰ ਤੁਸੀਂ ਐਕਸਟੈਂਸ਼ਨ ਦੇਣੀ ਚਾਹੁੰਦੇ ਆ, ਐਕਸਟੈਂਸ਼ਨ ਹੈ ਸਾਇੰਟਿਸਟ ਜਾ ਸਕਦਾ ਵਾਪਸ ਐਜ਼ ਪ੍ਰੋਫੈਸਰ ਜਿੱਥੋਂ ਆਇਆ ਸੀ ਪਹਿਲਾਂ।
ਸੇਮ ਪੋਸਟ ਤੇ ਨਹੀਂ ਰੱਖ ਸਕਦੇ। ਨਹੀਂ, ਉਹ ਐਡਮਿਨਿਸਟ੍ਰੇਟਿਵ ਪੋਸਟ ਨਹੀਂ ਉਹ ਰਹਿ ਸਕਦਾ। ਜੇ ਫਰਜ਼ ਕਰੋ ਉਹ ਡੀਨ ਐਗਰੀਕਲਚਰ ਆ ਜਾਂ ਡੀਨ ਕਿਸੇ ਵੀ ਕਾਲਜ ਦਾ ਹੈਗਾ, ਉਹਨੂੰ ਤੁਸੀਂ ਐਕਸਟੈਂਸ਼ਨ ਦੇਣੀ ਚਾਹੁੰਦੇ ਆ, ਉਹ ਐਸ ਡੀਨ ਐਕਸਟੈਂਸ਼ਨ ਨਹੀਂ ਤੁਸੀਂ ਦੇ ਸਕਦੇ। ਅੱਛਾ ਜੀ। ਅਨਲੈਸ ਜਿੱਦਾਂ ਹੁਣ ਵਾਈਸ ਚਾਂਸਲਰ ਦੇ ਵਿੱਚ ਸੈਕੰਡ ਟਰਮ ਦੀ ਪੋਸੀਬਿਲਿਟੀ ਹੈਗੀ ਆ। ਅੱਛਾ, ਸੈਕੰਡ ਟਰਮ ਦੀ ਹੈਗੀ ਆ, ਤੇ ਉਹਨਾਂ ਦੇ ਵਿੱਚ ਵੀ ਸੈਕੰਡ ਟਰਮ ਦੀ ਹੈਗੀ ਆ, ਪਰ ਏਜ 60 ਸਾਲ ਆ। ਵੀਸੀ ਦੀ ਏਜ ਹੈ ਨਹੀਂ ਸਾਡੇ ਪੀਯੂ ਐਕਟ ਦੇ ਵਿੱਚ। ਹਾਂਜੀ, ਨਹੀਂ ਪਹਿਲੀ ਐਡਵਰਟਾਈਜ਼ਮੈਂਟ ਜਿਹੜੀ ਆਈ ਸੀ ਇਸ ਵਾਰ ਵੀਸੀ ਦੀ, ਉਹ ਚ ਏਜ ਲਿਮਿਟ ਕਰ ਦਿੱਤੀ ਸੀ। ਉਹ ਚ ਏਜ ਨਾ ਲਿਮਿਟ ਕਰਤੀ ਸੀ, ਕਿਉਂਕਿ ਆਈਸੀਆਰ ਯੂਜੀਸੀ ਚ ਏਜ ਲਿਮਿਟਸ ਹੈਗੀਆਂ ਨੇ। ਪਰ ਕਿਉਂਕਿ ਪਹਿਲਾਂ ਜਦੋਂ ਇਹ ਡਾਕਟਰ ਢਿੱਲੋਂ ਦੇ ਖਿਲਾਫ ਕੋਈ ਕੇਸ ਹਾਈ ਕੋਰਟ ਚ ਗਿਆ ਸੀ ਵੀ ਇਹਨਾਂ ਦੀ ਏਜ ਜ਼ਿਆਦਾ ਹੋ ਗਈ, ਤੇ ਇਹਨੂੰ ਤੇ ਉਹਨਾਂ ਨੇ ਐਫੀਡੇਵਿਟ ਦਿੱਤਾ ਸੀ ਪੀਏਯੂ ਦੇ ਐਕਟ ਦੇ ਵਿੱਚ ਏਜ ਹੈ ਨਹੀਂ। ਤੋ ਇੱਕ ਤਾਂ ਹੁਣ ਉੱਥੇ ਉਹ ਹਾਈ ਕੋਰਟ ਚ ਉਹਨਾਂ ਨੇ ਦਿੱਤਾ ਐਫੀਡੇਵਿਟ ਵੀ ਏਜ ਹੈ ਸਾਡੇ ਹੈ ਨਹੀਂ, ਤੇ ਹੁਣ ਤੁਸੀਂ ਏਜ ਰੱਖ ਰਹੇ 65 ਦੀ, ਜਿਹੜੀ ਕਿ ਅਪਰੂਵ ਵੀ ਨਹੀਂ ਕਰਾਈ ਬੋਰਡ ਆਫ ਮੈਨੇਜਮੈਂਟ ਜਾਂ ਕੰਪੀਟੈਂਟ ਅਥਾਰਟੀ ਕੋਲੋਂ, ਉਹ ਫਿਰ ਇਲੀਗਲ ਸੀ। ਅੱਛਾ ਜੀ। ਉਹ ਫਿਰ ਤਾਂ ਇਹਨਾਂ ਨੂੰ ਉਹ ਕਰਨੀ ਪਈ ਵੀ, ਜਾਨੀ ਕਿ ਇੰਨੀ ਸੰਜੀਦਗੀ ਹੈ ਨਹੀਂ, ਪਰ ਲੋੜ ਬਹੁਤ ਹੈ। ਨਹੀਂ, ਲੋੜ ਤਾਂ ਹੈ ਹੀ ਆ। ਦੇਖੋ ਨਾ, ਜੁਲਾਈ ਸਾਰੀ 1 ਜੁਲਾਈ ਤੋਂ ਖਾਲੀ ਹੈ। ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਆ ਗਿਆ, ਤੇ ਜ਼ਰੂਰਤ ਨਹੀਂ। ਤੁਹਾਡਾ ਬਹੁਤ ਐਕਸਪੀਰੀਅੰਸ ਹੈ ਸਰ, ਮੈਨੂੰ ਦੱਸੋ ਕਿਸਾਨੀ ਨੂੰ ਵਾਪਸ ਕਿਵੇਂ ਲਿਆਂਦਾ ਜਾ ਸਕਦਾ? ਕਿਸਾਨੀ 11 ਮਹੀਨੇ ਹੋ ਗਏ ਉੱਥੇ ਬੈਠੇ ਆ, ਤੇ ਕਿਵੇਂ ਕਮ ਬੈਕ ਕਰਾਇਆ ਜਾ ਸਕਦਾ? ਕਿਉਂਕਿ ਅਸੀਂ ਐਗਰੀਕਲਚਰ ਸਟੇਟ 'ਚ ਬੈਠੇ ਆ, ਤੇ ਤੁਸੀਂ ਉਸ ਅਹੁਦੇ ਤੇ ਰਹੇ ਹੋ ਜਿਹੜੀ ਅਗਵਾਈ ਕਰਦੀ ਸੰਸਥਾ। ਇਹ ਮੇਰਾ ਖਿਆਲ ਗਵਰਨਮੈਂਟ ਨੂੰ ਥੋੜ੍ਹੇ ਮੰਨ ਲੈਣੀ ਚਾਹੀਦੀ, ਕਿਉਂਕਿ ਮੈਂ ਪਿਛਲੀ ਵੀ ਹਿਸਟਰੀ ਤੁਸੀਂ ਦੇਖ ਲਓ, 1907 ਦੇ ਵਿੱਚ ਵੀ ਜੀ ਇੱਦਾਂ ਲਾਇਲਪੁਰ ਦੇ ਵਿੱਚ ਐਜੀਟੇਸ਼ਨ ਹੋਈ ਸੀ। ਉਦੋਂ 3 ਕਾਲੇ ਕਾਨੂੰਨ ਬ੍ਰਿਟਿਸ਼ ਗਵਰਨਮੈਂਟ ਨੇ ਕੱਢੇ ਸੀ, ਤੇ ਉਦੋਂ ਹੀ ਆ ਜਿਹੜਾ ਗਾਣਾ ਨਿਕਲਿਆ ਪਗੜੀ ਸੰਭਾਲੋ ਜੱਟਾ, ਇਹ ਪਗੜੀ ਸੰਭਾਲ 1907 ਦੇ ਵਿੱਚ ਲਾਇਲਪੁਰ ਇਹ ਗਾਣਾ ਲਿਖਿਆ ਗਿਆ ਸੀ, ਉੱਥੇ ਗਾਇਆ ਗਿਆ ਸੀ। ਤੇ ਉਹਨਾਂ ਨੇ ਵੀ ਕਾਫੀ ਲੰਬੀ ਚੱਲੀ ਸੀ। ਖੈਰ ਉਦੋਂ ਤਾਂ ਬੜੀ ਵਾਇਲੈਂਸ ਬਹੁਤ ਹੋਈ ਸੀ, ਬਹੁਤ ਕੁਛ ਉੱਥੇ ਬਿਲਡਿੰਗਾਂ ਸਾੜੀਆਂ, ਈਵਨ ਉਹ ਐਸਪੀ ਨੂੰ ਮੂੰਹ ਕਾਲਾ ਕਰਕੇ ਲਾਹੌਰ ਦੇ ਨੂੰ ਕੁੱਟਿਆ ਮਾਰਿਆ ਵੀ, ਬਹੁਤ ਭੱਜ ਸਾੜਿਆ ਫੂਕਿਆ, ਪੋਸਟ ਆਫਿਸਿਸ, ਰੇਲਵੇਜ਼, ਤੇ ਐਤਕੀ ਤਾਂ ਬਹੁਤ ਸ਼ਾਂਤਮਈ। ਪਰ ਉਦੋਂ ਫਿਰ ਉਹਨਾਂ ਨੂੰ 3 ਕਾਨੂੰਨ ਵਾਪਸ ਲੈਣੇ ਪਏ ਸੀ ਬ੍ਰਿਟਿਸ਼ ਗਵਰਨਮੈਂਟ ਨੂੰ। ਸੋ ਇੰਨੀ ਕੋਈ ਵੱਡੀ ਗੱਲ ਨਹੀਂ ਹੈਗੀ। ਮਤਲਬ ਜੇ ਉਹ ਚਾਹੁੰਦੇ ਨੇ ਵੀ 1.5 ਸਾਲ ਵਾਪਸ ਜਾਂ 2 ਸਾਲ ਵਾਪਸ ਲੈ ਸਕਦੇ ਨੇ, ਤੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਚਾਹੀਦੀ। ਜਦੋਂ ਇਹਦਾ ਮਤਲਬ ਵੀ ਅੰਡਰਸਟੈਂਡ ਕਰਦੇ ਵੀ ਗਲਤ ਹੋ ਗਏ ਜੀ, ਵਾਪਸ ਲੈ ਲੈਣੇ ਚਾਹੀਦੇ ਸੀ, ਕੋਈ ਨਹੀਂ, ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਜਿਹੜੀ ਕਿਸਾਨੀ ਨੂੰ ਜੇ ਧਿਆਨ ਦਿੱਤਾ ਜਾਵੇ ਤਾਂ ਕਮ ਬੈਕ ਕਰਾਇਆ ਜਾ ਸਕਦਾ ਹੈ। ਕਰਾਇਆ ਜਾਵੇ। ਬਾਕੀ ਜਿਹੜੀ ਉਹ ਤੋਂ ਇਲਾਵਾ ਹੋਰ ਫਿਰ ਪ੍ਰੋਬਲਮ, ਚਲੋ ਉਹ ਤੇ ਵਾਪਸ ਹੁਣ ਚਲੋ ਜੇ ਹੋ ਵੀ ਜਾਂਦਾ ਤੇ ਅਲਟੀਮੇਟਲੀ ਕੋਈ ਨਾ ਕੋਈ ਤਾਂ ਫੈਸਲਾ ਹੋਏਗਾ ਹੀ। ਪਰ ਇਸ ਵੇਲੇ ਜਿਹੜੀ ਮੇਜਰ ਪ੍ਰੋਬਲਮ ਪੰਜਾਬ ਚੱਲ ਰਹੀ ਹੈ ਨਾ, ਉਹ ਚੱਲ ਐਗਰੀਕਲਚਰ ਦੀ, ਉਹ ਚੱਲ ਰਹੀ ਪਾਣੀ ਦੀ ਜੀ। ਵਾਟਰ ਟੇਬਲ ਬਹੁਤ ਥੱਲੇ ਜਾ ਰਿਹਾ, ਤਕਰੀਬਨ 60-70 ਸੈਂਟੀਮੀਟਰ, ਪੌਣਾ ਮੀਟਰ ਤੇ ਅੱਧਾ ਪੌਣਾ ਮੀਟਰ ਹਰ ਸਾਲ ਥੱਲੇ ਨੂੰ ਜਾ ਰਿਹਾ। 15 ਲੱਖ ਟਿਊਬਵੈੱਲ ਪਾਣੀ ਖਿੱਚੀ ਜਾ ਰਹੇ ਨੇ। ਸੋ ਇਹਦੇ ਵਾਸਤੇ ਜਿਹੜਾ ਸਾਨੂੰ ਹੁਣ ਝੋਨਾ, ਇਹਦੇ ਥੱਲੇ ਡਿਵਰਸੀਫਾਈ ਕਰਨ ਦੀ ਲੋੜ, ਬੜੀ ਦੇਰ ਤੋਂ ਰੌਲਾ ਪੈ ਰਿਹਾ। 1986 ਦੀ ਵੀ ਜੋਲ ਕਮੇਟੀ ਬਣੀ, 2002 'ਚ ਵੀ ਮੈਂ ਵੀ ਮੈਂਬਰ ਸੀ ਉਹਦਾ, ਡਿਵਰਸੀਫਿਕੇਸ਼ਨ ਦਾ ਮੈਂਬਰ। ਉਹਦੇ 'ਚ ਵੀ ਰਿਕਮੈਂਡੇਸ਼ਨ ਆਇਆ, ਕੋਈ ਮੁਸ਼ਕਿਲ ਨਹੀਂ ਹੈਗਾ, ਪਰ ਪਤਾ ਨਹੀਂ ਮਤਲਬ ਵਿਲ ਨਹੀਂ ਹੈ ਕਿਸੇ ਦੇ ਵਿੱਚ। ਆਪਣੀ ਯੂਨੀਵਰਸਿਟੀ ਆਪਾਂ ਕਿੰਨੀਆਂ ਚੀਜ਼ਾਂ ਗਿਣਤੀਆਂ ਵੀ ਇੱਥੇ ਕਮੀਆਂ ਹੈ, ਧਿਆਨ ਦੇਣ ਦੀ ਲੋੜ, ਫਿਰ ਵੀ ਪਹਿਲੇ ਨੰਬਰ ਤੇ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਸੱਚੀ ਪਹਿਲੇ ਨੰਬਰ ਤੇ ਹੈ? ਨਹੀਂ, ਉਹ ਬਾਕੀਆਂ ਦਾ ਬਹੁਤ ਬੁਰਾ ਹਾਲ ਹੈ। ਅੱਛਾ, ਬੁਰੇ ਹਾਲ 'ਚੋਂ ਪਹਿਲੇ ਨੰਬਰ ਤੇ, ਬੈਸਟ ਮੰਗ ਦੀ ਵਰਸਟ। ਹਾਂਜੀ। ਤੇ ਹੁਣ ਇਹ ਆ ਵੀ ਐਕਚੁਅਲੀ ਹੁਣ ਤਾਂ ਮੈਨੂੰ ਲੱਗ ਰਿਹਾ ਵੀ ਇੱਕ ਤਾਂ ਸਟਾਫ, ਅੱਧਾ ਸਟਾਫ ਖਾਲੀ ਪਿਆ ਹੈਗਾ। ਅੱਗੇ ਸਾਡੇ ਇਹ ਪ੍ਰੋਬਲਮ ਨਹੀਂ ਸੀ ਕਦੇ ਆਉਂਦੀ ਜੀ, ਕਦੇ ਵੀ ਪੋਸਟ ਖਾਲੀ ਨਹੀਂ ਸੀ ਹੁੰਦੀ, ਪੂਰੀਆਂ ਭਰੀਆਂ ਹੁੰਦੀਆਂ। ਤੇ ਹੁਣ ਇੱਥੇ ਫੈਕਲਟੀ ਵੀ ਬਹੁਤ ਘੱਟ ਗਈ ਹੈ। ਪ੍ਰੋਗਰਾਮ ਇਹਨਾਂ ਨੇ ਕੋਈ ਵਧਾ ਦਿੱਤੇ ਨੇ, ਕਈ ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕਰਤੇ ਸੀ, ਪਰ ਫੈਕਲਟੀ ਘੱਟ ਗਈ ਹੈ। ਸੋ ਨੈਚੁਰਲੀ ਫੈਕਲਟੀ ਇਜ਼ ਅੰਡਰ ਸਟ੍ਰੈਸ ਜੀ, ਸਾਰਿਆਂ ਨੂੰ ਕੰਮ ਜ਼ਿਆਦਾ ਪੈ ਗਿਆ ਤੇ ਨੰਬਰ ਘਟ ਗਿਆ। ਠੀਕ ਹੈ, ਬਾਕੀ ਨਾਲੋਂ ਠੀਕ ਹੈ, ਐਸੀ ਗੱਲ ਨਹੀਂ। ਯਾਨੀ ਖਰਾਬ ਤੋਂ ਚੰਗੀ ਹੈ। ਖਰਾਬ ਤੋਂ ਚੰਗੀ ਹੈ, ਕਿਉਂਕਿ ਬੇਸ 2 ਚੀਜ਼ਾਂ ਨੇ। ਇੱਕ ਤਾਂ ਦੇਖੋ, ਜਿੰਨਾ ਚਿਰ ਤੁਹਾਨੂੰ ਪ੍ਰੋਪਰ ਫੰਡ ਨਹੀਂ ਮਿਲਦੇ ਰਿਸਰਚ ਕਰਨ ਨੂੰ, ਸਾਡੇ ਸਾਇੰਟਿਸਟ ਵਿਚਾਰੇ ਹੁਣ ਸਟੇਟ ਵੱਲੋਂ ਤਾਂ ਕੋਈ ਰਿਸਰਚ ਫੰਡ ਨਹੀਂ ਮਿਲਦਾ ਜੀ। ਬਿਲਕੁਲ, ਉਹ 1200 ਏਕੜ ਰਿਸਰਚ ਫਾਰਮ ਦੀ ਵੀ ਚੱਲੀ ਹੈ ਫਰੀਦਕੋਟ ਵਾਲੀ। ਬਿਲਕੁਲ, ਤੇ ਇਹ ਹੁਣ ICR ਵਗੈਰਾ ਉੱਥੋਂ ਕੋਈ ਫੰਡ, ਜਾਂ UGC ਚੋਂ, ਜਾਂ ਉਹ DBT ਚੋਂ, ਬਾਇਓਟੈਕਨੋਲੋਜੀ ਡਿਪਾਰਟਮੈਂਟ ਚੋਂ, ਉਧਰੋਂ ਫਿਰ ਵਿਚਾਰੇ ਪ੍ਰੋਜੈਕਟ ਲਿਆ। ਪਹਿਲਾਂ ਤਾਂ ਸਟੇਟ ਦੀ ਸੰਜੀਦਗੀ ਚਾਹੀਦੀ ਹੈ, ਫੇਰ ਹੀ ਸੈਂਟਰ ਕੁਛ। ਨੈਚੁਰਲੀ ਦੇਖੋ, ਜ਼ਿੰਮੇਵਾਰੀ ਤਾਂ ਸਟੇਟ ਦੀ ਹੈ ਨਾ। ਜਦੋਂ ਯੂਨੀਵਰਸਿਟੀ ਬਣੀ ਆ, ਉਦੋਂ ਤਕਰੀਬਨ 60% ਹੁੰਦੀ ਸੀ ਸੈਲਰੀ, 40% ਕੰਟੀਨਜੈਂਸੀ ਹੁੰਦੀ ਸੀ ਰਿਸਰਚ ਵਾਸਤੇ। ਹੁਣ 0 ਆ। ਅੱਛਾ, ਰਿਸਰਚ ਵਾਸਤੇ ਨਾ 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 ਨਾ। ਅੱਛਾ, ਕੁਛ ਨਹੀਂ ਨਾ, ਕੁਛ ਨਹੀਂ। ਤੇ ਫਿਰ ਅਸੀਂ ਗਰੋ ਕਿਵੇਂ ਕਰਾਂਗੇ? ਗਰੋ ਉਹੀ ਤਾਂ ਪ੍ਰੋਬਲਮ ਹੈ। ਇਹ ਇਦਾਂ ਹੀ ਆ ਵੀ ਇਹ ਤਾਂ ਹੁਣ ਚਲੋ
ਸਾਇੰਟਿਸਟ ਆਪਣੇ ਲੈਵਲ ਤੇ ਪ੍ਰੋਜੈਕਟ ਵਗੈਰਾ ਲੈ ਆਉਂਦੇ ਨੇ, ਉਹਦੇ ਨਾਲ ਕੋਈ ਨਾ ਕੋਈ ਕੰਮ ਚੱਲੀ ਜਾਂਦਾ ਰਿਸਰਚ ਦਾ। ਬਾਕੀ ਸਟੇਟ ਵੱਲੋਂ ਤਾਂ ਪੂਰੀ ਸੈਲਰੀ ਹੀ ਨਹੀਂ ਮਿਲ ਰਹੀਆਂ, ਫੰਡ ਕਿੱਥੋਂ, ਰਿਸਰਚ ਵਾਸਤੇ ਫੰਡ ਕਿੱਥੋਂ ਮਿਲ, ਵੈਰੀ ਸੈਡ। ਤੇ ਇਸ ਵਕਤ ਬਹੁਤ ਵੱਡੀ ਲੋੜ ਹੈ ਅਗਵਾਈ ਕਰਨ ਦੀ, ਤੇ ਪੀਏਯੂ ਜੇ ਤਕੜੀ ਹੋਊਗੀ ਤਾਂ ਉਹ ਕਿਸਾਨਾਂ ਦੀ ਅਗਵਾਈ ਕਰ ਸਕੂ। ਬਿਲਕੁਲ ਡੈਫੀਨਿਟਲੀ। ਸੋ ਇਹਦੇ ਵਾਸਤੇ ਡਾਇਵਰਸਿਫਿਕੇਸ਼ਨ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਸਾਨੂੰ ਪਲਸਿਸ ਵਗੈਰਾ, ਹੁਣ ਦੇਖੋ ਹਰ ਸਾਲ ਅਸੀਂ 5-6 ਮਿਲੀਅਨ ਟਨਸ ਮੰਗਾਉਂਦੇ ਇੰਪੋਰਟ ਕਰਦਾ ਇੰਡੀਆ, ਤੇ ਆਪਾਂ ਇੱਥੇ ਕਿਉਂ ਨਹੀਂ ਫਾਰਮਰਸ ਨੂੰ ਇਸ ਵੇਲੇ ਕੋਈ ਵੀ ਦਾਲ ਜਿਹੜੀ ਉਹ 125-150 ਤੋਂ ਕਿਲੋ ਘੱਟ ਨਹੀਂ ਹੈਗੀ, ਅਸੀਂ 45-47 ਰੁਪਏ ਇਹਨਾਂ ਦਾ, ਯਾਨੀ ਕਿ 45-47 ਰੁਪਏ ਕਿਲੋ ਰੱਖੀ ਆ। ਇਹਨਾਂ ਨੂੰ ਤੁਸੀਂ 80 ਰੁਪਏ ਦਿਓ, ਫਾਰਮਰਸ ਨੂੰ ਆਪੇ ਬੀਜਣਗੇ। ਹੁਣ ਜਾਂ ਝੋਨਾ ਬੀਜਣਾ ਸ਼ੁਰੂ ਕੀਤਾ, ਕਿਸੇ ਨੇ ਨਹੀਂ ਸਿਖਾਇਆ ਇਹਨਾਂ ਨੂੰ ਵੀ ਤੁਸੀਂ ਝੋਨਾ ਬੀਜੋ, ਕਿਉਂਕਿ ਇਕਨੋਮਿਕ ਰਿਟਰਨ ਆ। ਮੈਨੂੰ ਯਾਦ ਆ ਜਦ 1967 ਦੇ ਵਿੱਚ ਬਣੀ ਹੈ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ, ਤੇ ਇਹਨਾਂ ਨੇ ਰੇਟ ਰੱਖੇ ਸੀ, ਤੇ ਝੋਨੇ ਦਾ 41 ਰੁਪਏ ਸੀ, ਤੇ 46 ਰੁਪਏ, ਤੇ ਕਣਕ ਦਾ 71 ਰੁਪਏ ਸੀ, ਡੇਢਾ ਸੀ। ਹਾਂਜੀ, ਹੁਣ ਬਰਾਬਰ ਹੈ ਤਕਰੀਬਨ। ਤੋ ਉਹ ਬਾਕੀਆਂ ਫਸਲਾਂ ਦਾ ਉਹਨਾਂ ਰੇਟ ਨਹੀਂ ਵਧਿਆ, ਤੁਸੀਂ ਦੂਜਿਆਂ ਦਾ ਫਸਲਾਂ ਦਾ ਰੇਟ ਵਧਾਓ। ਫਾਰਮਰ ਆਪੇ ਦੇਖੋ, ਲੋਕਾਂ ਨੇ, ਤੁਸੀਂ ਤੁਹਾਨੂੰ ਦੇਖਿਆ ਨਹੀਂ ਨਾ, ਤੁਸੀਂ ਤਾਂ ਬਹੁਤ ਛੋਟੇ ਆ। ਮੈਂ ਜਦ 1962 'ਚ MSc ਕਰਨਾ ਆ, ਇਹ ਸਾਰਾ ਰੇਤਾ ਹੁੰਦਾ ਸੀ ਇੱਥੇ, ਕਿਸੇ ਨੂੰ ਨਹੀਂ ਸੀ ਪਤਾ ਵੀ ਝੋਨਾ ਕਿੱਦਾਂ ਬੀਜਣਾ ਹੈਗਾ। ਕੋਈ ਇੱਥੇ ਝੋਨਾ ਨਹੀਂ ਸੀ ਬੀਜਦਾ, ਸਾਰੇ ਮੂੰਗਫਲੀ, ਗਰਾਊਂਡਨਟ, ਪਲਸਸ ਹੁੰਦੀਆਂ ਸੀ, ਮੱਕੀ ਹੁੰਦੀ ਸੀ। ਹਾਂਜੀ, ਤੇ ਉਹ ਹੁਣ ਜਦੋਂ ਰੇਟ ਵਧਣੇ ਸ਼ੁਰੂ ਹੋਏ, ਹਾਈ ਯੀਲਡਿੰਗ ਵੈਰਾਈਟੀਆਂ ਆ ਗਈਆਂ, ਝਾੜ ਬੜਾ ਵਧਣ ਲੱਗ ਗਿਆ, ਉਧਰ MSP ਦੇ ਨਾਲ ਉਹਨਾਂ ਨੂੰ ਖਰੀਦਣ ਲੱਗ ਗਏ, ਤੇ ਲੋਕਾਂ ਨੇ ਰੇਤਾ ਉੱਪਰੋਂ, ਤੁਸੀਂ ਤਾਂ ਦੇਖੇ ਨਹੀਂ, ਰੇਤੇ ਦੇ ਪਹਾੜ ਬਣੇ ਹੁੰਦੇ ਸੀ ਇੱਥੇ, ਤੇ ਉਹ ਝੋਨੇ 'ਚ ਤਬਦੀਲ ਕਰਦੇ ਥੱਲੇ ਹਾਰਡ ਸੋਇਲ। ਜੇ ਰੇਟ ਮਿਲੂਗਾ ਤਾਂ ਝੋਨਾ ਹਰ ਚੀਜ਼ ਨੂੰ, ਹਾਂ ਤੁਸੀਂ ਕਹੀ ਜਾਂਦੇ ਡਾਇਵਰਸਿਫਿਕੇਸ਼ਨ ਨਹੀਂ, ਮੱਕੀ ਹੁਣ 900,000 1200 ਰੁਪਏ ਨੂੰ ਵਿਕਦੀ ਆ, ਉਹਦਾ ਤੁਸੀਂ 2000 ਦਿਓ ਉਹਨਾਂ ਨੂੰ, ਆਪੇ ਬੀਜਣਗੇ, ਤੈਨੂੰ ਕਹਿਣ ਦੀ ਲੋੜ ਥੋੜੀ ਹੈਗੀ ਜੀ। ਕਿਸਾਨ ਔਖੇ ਨੇ ਬਹੁਤ, ਝੋਨੇ ਤੋਂ ਬਹੁਤ ਔਖੇ ਨੇ, ਲੇਬਰ ਨਹੀਂ ਮਿਲਦੀ, ਫਿਰ ਪਾਣੀ ਦੀ ਦਿੱਕਤ, ਪਾਣੀ ਦੀ ਬਹੁਤ ਵੱਡੀ ਪ੍ਰੋਬਲਮ, ਸਭ ਤੋਂ ਮੇਜਰ ਪ੍ਰੋਬਲਮ ਹੈ ਇਸ਼ੂ ਜਿਹੜੀ ਉਹ ਵਾਟਰ ਹੈ। ਅਸੀਂ ਕੁਝ ਵੀ ਨਹੀਂ ਕਰ ਪਾ ਰਹੇ, ਫਿਰ ਵੀ ਅਸੀਂ ਪਹਿਲੇ ਨੰਬਰ ਤੇ ਹਾਂ। ਬਹੁਤ ਥੈਂਕ ਯੂ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਸਿੱਧੀਆਂ, ਸਪਸ਼ਟ ਤੇ ਵਧੀਆ ਗੱਲਾਂ ਜਿਹੜੀਆਂ ਸਾਹਮਣੇ ਲਿਆਂਦੀਆਂ, ਤੇ ਸਭ ਤੋਂ ਵੱਡੀ ਗੱਲ ਹੈ ਤੁਸੀਂ 80 ਸਾਲ ਦੇ ਹੋ ਕੇ ਵੀ ਪੂਰੇ ਐਕਟਿਵ ਹੋ ਤੇ ਜਿਮ ਲਾਉਂਦੇ ਹੋ। ਥੈਂਕ ਯੂ। ਤੇ ਤੁਸੀਂ ਭਾਵੇਂ ਤੁਹਾਡਾ ਵਿਸ਼ਾ ਭਾਵੇਂ ਕੀ ਕਹਿੰਦੇ ਨੇ ਕਿ ਪੌਦਿਆਂ ਦੀਆਂ ਬਿਮਾਰੀਆਂ ਦੇ ਰਹੇ, ਤੁਸੀਂ ਤੰਦਰੁਸਤ ਹੋ, ਬਹੁਤ ਵੱਡੀ ਗੱਲ ਹੈ। ਬਹੁਤ ਸ਼ੁਕਰੀਆ ਸਰ ਟਾਈਮ ਦੇਣ ਲਈ। ਸਤਿ ਸ਼੍ਰੀ ਅਕਾਲ। ਡਾਕਟਰ ਕਿਰਪਾਲ ਸਿੰਘ ਔਲਖ ਜੀ ਦੇ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ। ਬਹੁਤ ਸਾਰੀਆਂ ਟੈਕਨੀਕਲ ਗੱਲਾਂ ਇਹਨਾਂ ਨੇ ਦੱਸੀਆਂ। ਸਰਕਾਰ ਨੂੰ ਸੰਜੀਦਗੀ ਦਿਖਾਉਣ ਦੀ ਲੋੜ ਹੈ। ਜਿਹੜੀ ਕਹਿੰਦੇ ਹੁੰਦੇ ਨਾ, ਕੀੜਾ ਜਿਹੜੀ ਜਾੜ ਤੇ ਬੈਠਾ ਹੈ ਉਹ ਨਹੀਂ ਕੱਢਣੀ, ਉਹ ਕੱਢਣੀ ਹੈ ਜਿਹੜੀ ਇਹਨੂੰ ਖਾ ਰਿਹਾ ਹੈ। ਯੂਨੀਵਰਸਿਟੀ ਜੇ ਤਕੜੀ ਹੋਊ, ਰਿਸਰਚ ਜੇ ਤਕੜੀ ਹੋਊ, ਖੋਜਾਂ ਜੇ ਸੁਨਹਿਰਾ ਪੱਖ ਲਿਆਉਣੀਆਂ, ਕਿਸਾਨੀ ਆਪੇ ਸਮਰ ਜੂ। ਤਾਂ ਹੀ ਕਾਲੇ ਕਾਨੂੰਨ, ਜਿਨ੍ਹਾਂ ਦਾ ਵਿਸ਼ਾ ਨਹੀਂ ਉਹਨਾਂ ਨੇ ਕਾਨੂੰਨ ਬਣਾਤੇ, ਜਿਨ੍ਹਾਂ ਦਾ ਵਿਸ਼ਾ ਹੈ ਉਹਨਾਂ ਦੀ ਰਾਏ ਲੈ ਕੇ ਬਣਾਏ ਹੁੰਦੇ ਤਾਂ ਆ ਭਾਵੇਂ ਨੂੰ ਪਹੁੰਚਣ ਦੀ ਲੋੜ ਨਹੀਂ ਸੀ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।